छोटा बच्चा ਜਦੋਂ भी कोई शरारत करता है तो बहुत ही प्यारा लगता है। ਈਵਨ ਕਿ ਜਦੋਂ ਉਹ ਕੁਝ ਗਲਤ ਬੋਲਦਾ ਹੈ ਤਾਂ ਵੀ ਬਹੁਤ ਪਿਆਰਾ ਲੱਗਦਾ ਹੈ। ਜਦੋਂ ਵੀ ਆਪਣੇ ਬੱਚੇ ਨੂੰ ਟਾਈਮ ਦਿੰਦੇ ਹੋ ਉਦੋਂ ਤੁਹਾਨੂੰ ਐਕਸਟਰਾ ਧਿਆਨ ਦੇਣਾ ਪਏਗਾ। ਬਟ ਯੂਰ ਚਾਈਲਡ ਰੀਅਲੀ ਨੀਡਸ ਟੂ ਨੋ ਦੈਟ ਯੂ ਆਰ ਗੋਇੰਗ ਟੂ ਲਿਸਨ ਟੂ ਦੈਮ। ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਜੋ ਆ ਰਹੀ ਹੈ ਉਹ ਇਹੀ ਹੈ ਕਿ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਆਈਪੈਡਸ ਜਾਂ ਟੈਬਲੇਟਸ ਨੇ। ਹਰ ਫੈਮਿਲੀ ਬਹੁਤ ਡਿਫਰੈਂਟ ਹੈ ਤੇ ਬਹੁਤ ਸਪੈਸ਼ਲ ਹੈ ਤੇ ਕੋਈ ਇੱਕ ਅਪਰੋਚ ਸਾਰਿਆਂ ਲਈ ਸੈੱਟ ਬੈਠ ਜਾਏ, ਇਹ ਸਾਡੇ ਐਪੀਸੋਡ ਦਾ ਮਕਸਦ ਨਹੀਂ ਹੈ। ਜੋ ਵੀ ਨੁਕਸਾਨ ਜਾਂ ਦਰਦ ਕਿਸੇ ਬੱਚੇ ਨੂੰ ਜਾਣੇ ਜਾਂ ਅਣਜਾਣੇ ਵਿੱਚ ਪਹੁੰਚਾਇਆ ਜਾਂਦਾ ਹੈ ਉਹਦੇ ਵਿੱਚ ਬੱਚੇ ਰਿਸਪੌਂਸਿਬਲ ਨਹੀਂ ਹੁੰਦੇ। ਪਨਿਸ਼ਮੈਂਟ ਇਜ਼ ਨਾਟ ਰਾਈਟ ਬਟ ਡਿਸਿਪਲਿਨ ਇਜ਼ ਦ ਰਾਈਟ ਥਿੰਗ ਟੂ ਟੀਚ ਓਵਰ ਹੀਅਰ। ਸਿਰਫ ਲੜਨਾ ਨਹੀਂ ਕਿਸੇ ਨਾਲ, ਇਹ ਕਹਿ ਕੇ ਨਾ ਸਾਰੋ। ਜੇ ਤੁਹਾਡੇ ਬੱਚੇ ਨੂੰ ਕੋਈ ਟੀਜ਼ ਕਰਦਾ ਹੈ ਜਾਂ ਉਹਦੇ ਨਾਲ ਗਲਤ ਬਿਹੇਵ ਕਰਦਾ ਹੈ, ਸਾਰੇ ਪੇਰੈਂਟਸ ਚਾਹੁੰਦੇ ਨੇ ਕਿ ਸਾਡਾ ਬੱਚਾ ਬੈਡ ਪੀਅਰ ਪ੍ਰੈਸ਼ਰ ਤੋਂ ਬਚ ਕੇ ਰਹੇ। ਪਰ ਬੈਡ ਪੀਅਰ ਪ੍ਰੈਸ਼ਰ ਸ਼ੁਰੂ ਹੀ ਕਿਉਂ ਹੁੰਦਾ ਹੈ? ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਐਟ ਟਾਈਮ ਟੂ ਟਾਕ ਵਿਦ ਹਸ਼ਨੀਨ। ਇਸ ਟਾਕ ਸ਼ੋ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਸਬਜੈਕਟਸ ਲੈ ਕੇ ਆਉਂਦੇ ਹਾਂ ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੀ ਫੈਮਿਲੀ 'ਚ ਬੈਠੇ, ਦੋਸਤਾਂ 'ਚ ਬੈਠੇ ਚਰਚਾ ਤਾਂ ਜ਼ਰੂਰ ਕਰਦੇ ਰਹਿੰਦੇ ਹਾਂ, ਪਰ ਇੱਥੇ ਅਸੀਂ ਉਹੀ ਚਰਚਾ ਨੂੰ ਤੁਹਾਡੇ ਸਾਹਮਣੇ ਰਿਸਰਚ ਦੇ ਨਾਲ ਤੇ ਥੋੜ੍ਹੀ ਸਟੱਡੀ ਦੇ ਨਾਲ ਪ੍ਰੈਜ਼ੈਂਟ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇੱਕ ਵਧੀਆ ਮੈਸੇਜ ਜਾਂ ਇੱਕ ਵਧੀਆ ਓਪੀਨੀਅਨ ਜ਼ਰੂਰ ਪ੍ਰੈਜ਼ੈਂਟ ਕਰ ਸਕੀਏ। ਐਂਡ ਟੁਡੇ ਵੀ ਵਾਂਟ ਟੂ ਡਾਈਵ ਇਨਟੂ ਅ ਡਿਫਰੈਂਟ ਜ਼ੋਨ। The topic that we have come up for today's episode is modern day parenting. ਅੱਜ ਦੇ ਜ਼ਮਾਨੇ ਵਿੱਚ ਬੱਚਿਆਂ ਦੀ ਪਰਵਰਿਸ਼ ਦੀਆਂ ਕੀ ਜ਼ਰੂਰਤਾਂ ਨੇ? We all know that children today are smarter at what and how we were at their age. ਜਿੱਥੇ ਸਾਨੂੰ ਸਾਡੀਆਂ ਨਾਨੀਆਂ ਦਾਦੀਆਂ ਛੋਟੇ ਹੁੰਦੇ ਇੱਕ ਰਾਜਾ ਹੁੰਦਾ ਸੀ, ਇੱਕ ਰਾਣੀ ਹੁੰਦੀ ਸੀ ਵਰਗੇ ਕਹਾਣੀਆਂ ਸੁਣਾ ਕੇ ਸਵਾਇਆ ਕਰਦੀਆਂ ਸੀ, ਉੱਥੇ ਹੀ ਅੱਜ ਕੱਲ੍ਹ ਦੇ ਛੋਟੇ ਬੱਚੇ ਨੈਟਫਲਿਕਸ ਕਿਡਸ ਦੇਖ ਕੇ ਸੋਇਆ ਕਰਦੇ ਨੇ। ਟਾਈਮ ਦੇ ਨਾਲ ਬਹੁਤ ਚੀਜ਼ਾਂ ਚੇਂਜ ਹੋਈਆਂ ਨੇ, ਪਰ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਟਾਈਮ ਵੀ ਚੇਂਜ ਨਹੀਂ ਕਰ ਸਕਦਾ, ਜਿਵੇਂ ਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਇੱਕ ਔਰਤ ਦਾ ਮਾਂ ਬਣਨਾ, ਪੇਰੈਂਟਸ ਦੇ ਹੋਣ ਦੀ, ਫੈਮਿਲੀ ਦੇ ਮੌਜੂਦ ਹੋਣ ਦੀ ਬੱਚੇ ਲਈ ਸਿਕਿਉਰਿਟੀ, ਹਾਰਮੋਨਸ ਦੇ ਕਾਰਨ ਆਉਣ ਵਾਲੇ ਬੱਚੇ ਦੇ ਫਿਜ਼ੀਕਲ ਐਂਡ ਮੈਂਟਲ ਚੇਂਜਸ। ਹੈਂਸ ਬ੍ਰਿੰਗਿੰਗ ਅ ਕੁਐਸਚਨ ਇਨ ਫਰੰਟ ਆਫ ਅਸ, ਵਾਟ ਡਜ਼ ਮਾਡਰਨ ਡੇ ਪੈਰੈਂਟਿੰਗ ਕਾਲ ਫॉर? ਬਦਲਦੇ ਸਮੇਂ ਦੇ ਨਾਲ, ਐਡਵਾਂਸਡ ਮੈਡੀਕਲ ਫੈਸਿਲਿਟੀਜ਼ ਦੇ ਨਾਲ, ਡਿਜੀਟਲ ਏਜ ਹੋਣ ਦੇ ਨਾਲ, ਇੰਡੀਵਿਜੂਅਲਾਈਜੇਸ਼ਨ ਐਂਡ ਵੈਸਟਰਨਾਈਜੇਸ਼ਨ ਦੇ ਆਉਣ ਦੇ ਨਾਲ ਅੱਜ ਦੇ ਸਮੇਂ ਦੀਆਂ ਪਰਵਰਿਸ਼ ਦੀਆਂ ਜ਼ਰੂਰਤਾਂ ਕੀ ਨੇ? We will try to cover this up starting from the age of pregnancy till 18 years of age. But before we start, we want to let you know that this research has come to us with the help of few doctors, psychologists and parents. ਅਸੀਂ ਕੋਈ ਵੀ ਗੱਲ ਖੁਦ ਬਣਾ ਕੇ ਪੇਸ਼ ਨਹੀਂ ਕਰਨ ਵਾਲੇ, ਸਾਨੂੰ ਸਾਡੀ ਰਿਸਰਚ ਦੇ ਵਿੱਚ ਕਈ ਡਾਕਟਰ, ਸਾਈਕੋਲੋਜਿਸਟ ਐਂਡ ਪੇਰੈਂਟਸ ਨੇ ਮਦਦ ਕੀਤੀ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸਿਰਜਣ ਦੀ ਪਹਿਲੀ ਪੌੜੀ ਦੀ। What are the essentials when a couple is pregnant? ਅੱਜ ਦੇ ਟਾਈਮ ਵਿੱਚ ਪ੍ਰੈਗਨੈਂਸੀ ਵੀ ਕੰਪਲਿਕੇਟਡ ਹੋ ਗਈ ਹੈ, ਇਸ ਲਈ ਅਸੀਂ ਇਸੀ ਸਟੇਜ ਤੋਂ ਸ਼ੁਰੂਆਤ ਕਰਾਂਗੇ ਤੇ ਫਿਰ ਬਾਅਦ ਦੇ ਵਿੱਚ ਪੇਰੈਂਟਿੰਗ ਦੀ ਬਾਕੀ ਸਟੇਜਸ ਦੇ ਉੱਤੇ ਗੱਲ ਕਰਾਂਗੇ। ਅੱਜ ਦੇ ਟਾਈਮ ਵਿੱਚ ਸ਼ਾਇਦ ਤੁਸੀਂ ਅਕਸਰ ਕਪਲਸ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਊਗਾ that we are pregnant। ਇਹ ਇੱਕ ਐਸੀ ਰਿਅਲਾਈਜ਼ੇਸ਼ਨ ਹੈ ਜੋ ਬਹੁਤ ਸਹੀ ਹੈ ਤੇ ਬਹੁਤ ਜ਼ਰੂਰੀ ਹੈ, ਬਿਕੋਜ਼ ਪ੍ਰੈਗਨੈਂਸੀ ਇਜ਼ ਨਾਟ ਜਸਟ ਅ ਵੂਮਨਸ ਰਿਸਪੌਂਸਿਬਿਲਿਟੀ, it's a couple's responsibility. Hence, maintaining a healthy lifestyle is very essential for couples. That includes both for men and for women. Pregnancy plan ਕਰਨ ਦੇ ਟਾਈਮ ਦੇ ਉੱਤੇ ਡਾਕਟਰਸ ਹਾਈਲੀ ਸੁਜੈਸਟ ਕਰਦੇ ਨੇ ਕਿ ਦੋਨੋਂ ਪੇਰੈਂਟਸ ਨੂੰ ਫੋਲਿਕ ਐਸਿਡ ਸਪਲੀਮੈਂਟਸ ਜ਼ਰੂਰ ਲੈਣੇ ਚਾਹੀਦੇ ਨੇ। 400 ਮਾਈਕਰੋਗ੍ਰਾਮਸ ਆਫ ਫੋਲਿਕ ਐਸਿਡ ਸਪਲੀਮੈਂਟਸ ਆਰ ਵੈਰੀ ਐਸੈਂਸ਼ੀਅਲ ਕਿਉਂਕਿ ਇਹ ਤੁਹਾਡੀ ਬੋਡੀ ਦੇ ਵਿੱਚ ਨਵੇਂ ਸੈਲਸ ਨੂੰ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ। Another must is to avoid substance abuse. ਪ੍ਰੈਗਨੈਂਸੀ ਪਲਾਨ ਕਰਨ ਤੋਂ ਘੱਟੋ ਘੱਟ 6 ਮਹੀਨੇ ਪਹਿਲਾਂ ਮਦਰ ਤੇ ਫਾਦਰ ਨੂੰ ਬਿਲਕੁਲ ਵੀ ਐਲਕੋਹਲ ਕੰਜ਼ੰਪਸ਼ਨ ਤੇ ਸਮੋਕਿੰਗ ਬਿਲਕੁਲ ਨਹੀਂ ਕਰਨੀ ਚਾਹੀਦੀ। We all know ਕਿ ਪ੍ਰੈਗਨੈਂਸੀ ਦੇ ਟਾਈਮ ਦੇ ਉੱਤੇ ਮਦਰ ਦਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ, ਮਦਰ ਦਾ ਹੈਲਦੀ ਖਾਣਾ ਬਹੁਤ ਜ਼ਰੂਰੀ ਹੈ, ਬਟ why are we stressing again and again on both mother and father? Well, because it's 100% ਲੌਜੀਕਲ ਐਂਡ ਸਾਇੰਟੀਫਿਕ ਫੈਕਟ। ਬੇਬੀ ਦੀ ਹੈਲਥ ਦੇ ਉੱਤੇ ਫਾਦਰ ਦੀ ਹੈਲਥ ਦਾ ਵੀ ਉਨਾ ਹੀ ਅਸਰ ਪੈਂਦਾ ਹੈ ਜਿੰਨਾ ਕਿ ਮਦਰ ਦਾ। ਜੇ ਮਦਰ ਬਿਲਕੁਲ ਵੀ ਡਰਿੰਕ ਨਹੀਂ ਕਰਦੀ ਬਟ ਫਾਦਰ ਐਲਕੋਹਲਿਕ ਹੈ ਜਾਂ ਫਿਰ ਗੋਡ ਫੋਰਬਿਡ ਸਮੋਕਰ ਹੈ ਤਾਂ ਵੀ ਬੱਚੇ ਨੂੰ ਹੈਲਥ ਪ੍ਰੋਬਲਮਸ ਹੋਣ ਦੇ ਬਹੁਤ ਚਾਂਸਸ ਨੇ।
ਕਿਉਂਕਿ ਫਾਦਰ ਦੀ ਹੈਲਥ ਹੈਬਿਟਸ ਦਾ ਵੀ 100% ਡਾਇਰੈਕਟ ਇਫੈਕਟ ਬੱਚੇ ਦੇ ਉੱਤੇ ਪੈਂਦਾ ਹੈ। ਐਂਡ ਈਵਨ ਇਨ ਫਿਊ ਕੇਸਿਸ sudden and unexplained death of the baby. And same is the case with alcohol. Pregnancy plan ਕਰਨ ਵੇਲੇ alcohol ਦਾ ਕੋਈ ਵੀ known safe amount ਜਾਂ safe time period ਨਹੀਂ ਹੈ। And any type of alcohol is harmful for the baby, be it red wine, white wine, beer or liquor. Similarly, ਜੇ food items ਦੀ ਗੱਲ ਕਰੀਏ ਤਾਂ ਕੁਝ food items ਜ਼ਿਆਦਾ risky ਹੁੰਦੇ ਨੇ, ਜਿਵੇਂ ਕਿ undercooked meat and eggs, unpasteurized milk, packaged and processed foods. Basically, anything undercooked is harmful. ਤੁਹਾਨੂੰ ਪਤਾ ਹੈ ਕਿ ਪ੍ਰੈਗਨੈਂਸੀ ਦੇ ਦੌਰਾਨ ਜਾਂ ਪ੍ਰੈਗਨੈਂਸੀ ਤੋਂ ਬਾਅਦ ਮਦਰਸ ਦੇ ਵਿੱਚ ਡਿਪਰੈਸ਼ਨ ਇੱਕ ਬਹੁਤ ਹੀ ਕਾਮਨ ਸਿੰਪਟਮ ਹੈ, ਲੇਕਿਨ ਇਹ ਬਿਲਕੁਲ ਵੀ ਡਰਨ ਵਾਲੀ ਗੱਲ ਨਹੀਂ, ਕਿਉਂਕਿ ਹਾਰਮੋਨਲ ਚੇਂਜਸ ਦੇ ਕਾਰਨ ਅਕਸਰ ਕਈ ਔਰਤਾਂ ਨੂੰ ਇਹ ਮਹਿਸੂਸ ਹੁੰਦਾ ਹੈ, ਪਰ ਇਹ ਟ੍ਰੀਟੇਬਲ ਹੈ। ਲੇਕਿਨ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਡਿਊਰਿੰਗ ਪ੍ਰੈਗਨੈਂਸੀ ਦ ਫੈਮਿਲੀ ਸ਼ੁੱਡ ਬੀ ਵੈਰੀ ਸੈਂਸਿਟਿਵ ਟੂਵਰਡਸ ਦ ਮਦਰ ਨੂੰ ਕਿਸੇ ਵੀ ਤਰੀਕੇ ਦਾ ਕੋਈ ਸਟ੍ਰੈਸ ਨਹੀਂ ਦੇਣਾ ਚਾਹੀਦਾ। ਸਪੈਸ਼ਲੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਵਰਕਿੰਗ ਵਿਮਨ ਵੀ ਨੇ ਜੋ ਡਿਊਰਿੰਗ ਪ੍ਰੈਗਨੈਂਸੀ ਆਪਣੇ ਅਹੁਦਿਆਂ ਨੂੰ ਸੰਭਾਲ ਰਹੀਆਂ ਨੇ, ਆਪਣੇ ਕੰਮਾਂ ਦੇ ਵਿੱਚ ਇਨਵੋਲਵਡ ਨੇ। ਇਹਦੇ ਵਾਸਤੇ ਜ਼ਰੂਰੀ ਹੈ ਕਿ ਈਵਨ ਜੋ ਇੰਪਲੋਇਰਸ ਐਂਡ ਕੋ-ਵਰਕਰਸ ਨੇ ਉਹ ਵੀ ਵੁੱਡ ਬੀ ਮਦਰਸ ਦੇ ਨਾਲ ਬਹੁਤ ਸੈਂਸਿਟਿਵ ਰਹਿਣ। ਪੈਰੈਂਟਿੰਗ ਦੀ ਪਹਿਲੀ ਸਟੇਜ ਪ੍ਰੈਗਨੈਂਸੀ ਬਹੁਤ ਹੀ ਜ਼ਿਆਦਾ ਧਿਆਨ ਦੇਣ ਵਾਲੀ ਸਟੇਜ ਹੈ। ਹਮੇਸ਼ਾ ਆਪਣੀ ਫੈਮਿਲੀ ਦੀ ਹੈਲਥ ਹਿਸਟਰੀ ਕਲੈਕਟ ਕਰਕੇ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਜਾਂ ਆਪਣੇ ਡਾਕਟਰ ਨਾਲ ਜ਼ਰੂਰ ਸ਼ੇਅਰ ਕਰੋ, ਕਿਉਂਕਿ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਡਾਕਟਰ ਨੂੰ ਬੈਟਰ ਆਈਡੀਆ ਹੋ ਜਾਏਗਾ ਤੁਹਾਡੇ ਜੀਨਸ ਦੇ ਬਾਰੇ। ਐਂਡ ਵਨਸ ਯੂ ਨੋ ਹਾਊ ਯੋਰ ਜੀਨਸ ਅਫੈਕਟ ਯੋਰ ਹੈਲਥ, ਯੂ ਕੈਨ ਇੰਪਰੂਵ ਯੋਰ ਹੈਲਥ ਇਨ ਸੋ ਮੈਨੀ ਵੇਜ਼। ਬੱਚੇ ਕਿਹਨੂੰ ਨਹੀਂ ਪਿਆਰੇ ਲੱਗਦੇ? ਨਿੱਕੇ ਨਿੱਕੇ ਜਿਹੇ ਹੱਥ ਪੈਰ, ਅੱਖਾਂ, ਜਮਾਂ ਹੀ ਰੱਬ ਦਾ ਰੂਪ। ਹਰ ਪੇਰੈਂਟ ਨੂੰ ਐਕਸਾਈਟਮੈਂਟ ਹੁੰਦੀ ਹੈ ਕਿ ਸਾਡਾ ਬੱਚਾ ਕਦੋਂ ਬੋਲਣਾ ਸ਼ੁਰੂ ਕਰੂਗਾ, ਉਹਦਾ ਪਹਿਲਾ ਸ਼ਬਦ ਕੀ ਹੋਊਗਾ। ਤੇ ਉਹਦੇ ਨਾਲ ਹੀ ਪੈਰੈਂਟਿੰਗ ਦੀ ਅਸਲੀ ਸ਼ੁਰੂਆਤ ਵੀ ਉਦੋਂ ਹੀ ਹੁੰਦੀ ਹੈ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ। ਡਾਕਟਰਸ ਦਾ ਮੰਨਣਾ ਹੈ ਕਿ ਬੱਚੇ ਦੀ ਬ੍ਰੇਨ ਐਂਡ ਬਿਹੇਵੀਅਰ ਡਿਵੈਲਪਮੈਂਟ ਦੀ ਏਜ ਹੁੰਦੀ ਹੈ 0 to 7 years. Astonishing, isn't it? Yes. ਬੱਚੇ ਦਾ ਬ੍ਰੇਨ 7 ਸਾਲ ਦੀ ਉਮਰ ਤੱਕ ਪੂਰੀ ਤਰ੍ਹਾਂ ਡਿਵੈਲਪ ਹੋ ਜਾਂਦਾ ਹੈ। ਤਾਂ ਇਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਟਾਈਮ ਪੀਰੀਅਡ ਦੇ ਵਿੱਚ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਫੈਮਿਲੀ ਟੈਨਸ਼ਨ ਐਂਡ ਟਰਾਮਾ ਤੋਂ ਦੂਰ ਰੱਖਿਆ ਜਾਏ। ਮੈਨੂੰ ਲੱਗਦਾ ਹੈ ਕਿ ਇੱਕ ਬੱਚੇ ਨੂੰ ਦੁਨੀਆ 'ਤੇ ਲੈ ਕੇ ਆਉਣ ਦਾ ਫੈਸਲਾ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਦਾ ਫੈਸਲਾ ਹੈ। ਸ਼ਾਇਦ ਬਹੁਤ ਸਾਰੇ ਲੋਕ ਤੇ ਬਹੁਤ ਸਾਰੇ ਪੇਰੈਂਟਸ ਮੇਰੇ ਨਾਲ ਇਸ ਗੱਲ 'ਤੇ ਅਗਰੀ ਕਰਦੇ ਹੋਣਗੇ। ਐਂਡ ਨੋਬਡੀ ਵਾਂਟਸ ਟੂ ਬੀ ਅ ਬੈਡ ਪੇਰੈਂਟ। ਹਰ ਮਾਂ-ਬਾਪ ਆਪਣੇ ਬੱਚੇ ਦਾ ਭਲਾ ਹੀ ਚਾਹੁੰਦਾ ਹੈ, ਬਟ ਦੇਰ ਆਰ ਆਫਨ ਥਿੰਗਸ ਦੈਟ ਪੇਰੈਂਟਸ ਮਿਸ ਆਊਟ ਔਨ। ਪਰ ਕਦੇ-ਕਦੇ ਸ਼ਾਇਦ ਪੇਰੈਂਟਸ ਨੂੰ ਇਹ ਰਿਅਲਾਈਜ਼ ਨਹੀਂ ਹੁੰਦਾ ਕਿ ਬੱਚੇ ਨੂੰ ਅਟੈਂਸ਼ਨ ਦੇਣ ਦਾ ਸਹੀ ਤਰੀਕਾ ਕੀ ਹੈ ਜਾਂ ਉਹਨੂੰ ਬਿਹੇਵੀਅਰ ਸਿਖਾਉਣ ਦਾ ਸਹੀ ਤਰੀਕਾ ਕੀ ਹੈ। ਛੋਟੇ ਬੱਚੇ ਆਪਣੇ ਪੇਰੈਂਟਸ ਤੋਂ ਜਾਂ ਆਪਣੀ ਫੈਮਿਲੀ ਤੋਂ ਬਹੁਤ ਜ਼ਿਆਦਾ ਅਟੈਂਸ਼ਨ ਡਿਮਾਂਡ ਕਰਦੇ ਨੇ, ਐਂਡ ਬੋਥ ਪੋਜ਼ਿਟਿਵ ਐਂਡ ਨੈਗੇਟਿਵ ਅਟੈਂਸ਼ਨਸ ਆਰ ਇੰਪੋਰਟੈਂਟ ਫॉर ਅ ਟੌਡਲਰ। ਪੋਜ਼ਿਟਿਵ ਅਟੈਂਸ਼ਨ ਕੀ ਹੁੰਦੀ ਹੈ? ਪੋਜ਼ਿਟਿਵ ਅਟੈਂਸ਼ਨ ਇਜ਼ ਟੂ ਸ਼ੋ ਯੋਰ ਚਾਈਲਡ ਦੈਟ ਹੀ ਔਰ ਸ਼ੀ ਹੈਜ਼ ਡਨ ਸਮਥਿੰਗ ਦੈਟ ਯੂ ਲਾਈਕ। ਜਿਵੇਂ ਫੋਰ ਐਗਜ਼ਾਮਪਲ, ਅਗਰ ਤੁਹਾਡਾ ਬੱਚਾ ਖੇਲਦੇ ਹੋਏ ਆਪਣਾ ਟੋਏ ਕਿਸੇ ਦੂਸਰੇ ਬੱਚੇ ਨਾਲ ਸ਼ੇਅਰ ਕਰਦਾ ਹੈ ਤਾਂ ਉਹਨੂੰ ਅਪਰੀਸ਼ੀਏਟ ਕਰੋ ਕਿ ਦੈਟਸ ਲਾਈਕ ਅ ਗੁੱਡ ਗਰਲ ਔਰ ਦੈਟਸ ਲਾਈਕ ਅ ਗੁੱਡ ਬॉय। ਉਹਨੂੰ ਸਿਖਾਓ ਕਿ ਹਾਂ ਇਹ ਉਹਨੇ ਚੰਗੀ ਚੀਜ਼ ਕੀਤੀ ਹੈ, ਇਹਦੇ ਨਾਲ ਉਹ ਇਸ ਬਿਹੇਵੀਅਰ ਨੂੰ ਵਾਪਸ ਤੋਂ ਦੁਹਰਾਏਗਾ। ਸਿਮਿਲਰਲੀ ਨੈਗੇਟਿਵ ਅਟੈਂਸ਼ਨ ਕੀ ਹੈ? ਨੈਗੇਟਿਵ ਅਟੈਂਸ਼ਨ ਇਜ਼ ਟੂ ਸ਼ੋ ਯੋਰ ਚਾਈਲਡ ਦੈਟ ਹੀ ਔਰ ਸ਼ੀ ਹੈਜ਼ ਡਨ ਸਮਥਿੰਗ ਦੈਟ ਯੂ ਡੋਂਟ ਲਾਈਕ। ਫੋਰ ਐਗਜ਼ਾਮਪਲ, ਅਗਰ ਤੁਹਾਡਾ ਬੱਚਾ ਖੇਲਦੇ ਹੋਏ ਆਪਣੇ ਟੋਏ ਦੇ ਨਾਲ ਕਿਸੇ ਦੂਸਰੇ ਬੱਚੇ ਨੂੰ ਹਿੱਟ ਕਰ ਰਿਹਾ ਹੈ ਤਾਂ ਤੁਹਾਨੂੰ ਉਹਨੂੰ ਡਾਂਟਣਾ ਪਵੇ ਤਾਂ ਉਸ ਟਾਈਮ 'ਤੇ ਡਾਂਟਣ ਦੀ ਵੀ ਜ਼ਰੂਰਤ ਹੈ। ਜਿਵੇਂ ਪੋਜ਼ਿਟਿਵ ਅਟੈਂਸ਼ਨ ਇਨਕਲੂਡਸ hugs, kisses, praises, high fives. Similarly, negative attention can include scolding the child. Negative attention only becomes a problem when it is used more than the positive attention. ਇਸ ਏਜ ਦੇ ਵਿੱਚ ਤੁਸੀਂ ਬੱਚੇ ਦੇ ਜਿਸ ਵੀ ਬਿਹੇਵੀਅਰ ਨੂੰ ਪੋਜ਼ਿਟਿਵ ਅਟੈਂਸ਼ਨ ਦਿਓਗੇ ਉਹ ਬਿਹੇਵੀਅਰ ਵੱਧਦਾ ਜਾਊਗਾ। ਛੋਟਾ ਬੱਚਾ ਜਦੋਂ ਵੀ ਕੋਈ ਸ਼ਰਾਰਤ ਕਰਦਾ ਹੈ ਤਾਂ ਬਹੁਤ ਹੀ ਪਿਆਰਾ ਲੱਗਦਾ ਹੈ। ਈਵਨ ਕਿ ਜਦੋਂ ਉਹ ਕੁਝ ਗਲਤ ਬੋਲਦਾ ਹੈ ਤਾਂ ਵੀ ਬਹੁਤ ਪਿਆਰਾ ਲੱਗਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਕਦੇ-ਕਦੇ ਛੋਟੇ ਬੱਚੇ ਆਪਣੀ ਤੋਤਲੀ ਜ਼ੁਬਾਨ ਦੇ ਵਿੱਚ ਘਰ ਦੇ ਕਿਸੇ ਫੈਮਿਲੀ ਮੈਂਬਰ ਨੂੰ ਕਾਪੀ ਕਰਕੇ ਗਾਲਾਂ ਵੀ ਕੱਢਣ ਲੱਗ ਜਾਂਦੇ ਨੇ ਤੇ ਸਾਨੂੰ ਉਹ ਬੁਰਾ ਨਹੀਂ ਲੱਗਦਾ ਬਲਕਿ ਮਜ਼ਾਕ ਲੱਗਦਾ ਹੈ ਤੇ ਹਾਸੀ ਵੀ ਆਉਂਦੀ ਹੈ ਇਹੋ ਜਿਹੀ ਗੱਲਾਂ ਦੇ ਉੱਤੇ। ਤੇ ਕਦੇ-ਕਦੇ ਤਾਂ ਫੈਮਿਲੀ ਮੈਂਬਰਸ ਐਨਕਰੇਜ ਵੀ ਕਰਦੇ ਨੇ ਕਿ ਚਲੋ ਵਾਪਸ ਤੋਂ ਕਰਕੇ ਦਿਖਾਓ, ਪਰ ਅਸੀਂ ਇਹ ਨਹੀਂ ਰਿਅਲਾਈਜ਼ ਕਰਦੇ ਕਿ ਉਸ ਟਾਈਮ ਦੇ ਉੱਤੇ ਅਸੀਂ ਬੱਚੇ ਦੇ ਇਸ ਬਿਹੇਵੀਅਰ ਨੂੰ ਪੋਜ਼ਿਟਿਵ ਅਟੈਂਸ਼ਨ ਦੇ ਕੇ ਠੀਕ ਨਹੀਂ ਕਰ ਰਹੇ। ਦਿਸ ਏਜ ਇਜ਼ ਲੀਵਿੰਗ ਪਰਮਾਨੈਂਟ ਇੰਪ੍ਰਿੰਟਸ ਅਪਨ ਹਿਸ ਬਿਹੇਵੀਅਰ, ਜੋ ਬਾਅਦ ਦੇ ਵਿੱਚ ਸ਼ਾਇਦ ਕਰੈਕਟ ਨਹੀਂ ਕੀਤੇ ਜਾ ਸਕਦੇ ਪਰ ਹੁਣ ਕੀਤੇ ਜਾ ਸਕਦੇ ਨੇ।
We understand that it's a busy life, full of workload, and families aren't able to give 24/7 attention and 24/7 time to their children. Especially with working moms now coming into force, things have become even more complex. पर ਇਹ ਵੀ ਤਾਂ ਨਹੀਂ ਹੈ ਕਿ ਪੇਰੈਂਟਸ ਨੇ ਬਿਲਕੁਲ ਹੀ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਛੱਡਤਾ. Every parent is concerned for their child. ਬਟ ਇੱਥੇ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਕੰਮ ਦੇ ਨਾਲ ਆਪਣੇ ਟਾਈਮ ਨੂੰ ਮੈਨੇਜ ਕਰਕੇ ਜਦੋਂ ਵੀ ਆਪਣੇ ਬੱਚੇ ਨੂੰ ਟਾਈਮ ਦਿੰਦੇ ਹੋ ਉਦੋਂ ਤੁਹਾਨੂੰ ਐਕਸਟਰਾ ਧਿਆਨ ਦੇਣਾ ਪਏਗਾ. ਬੱਚੇ ਲਈ ਕੇਅਰ ਗਿਵਰ ਲੱਭਿਆ ਜਾ ਸਕਦਾ ਹੈ ਤੇ ਉਹ ਤੁਹਾਡੀ ਬੱਚੇ ਦੀ ਸੇਫਟੀ ਦਾ ਵੀ ਖਿਆਲ ਰੱਖਦੇ ਨੇ. ਬਟ ਸਾਈਕੋਲੋਜਿਸਟ ਸੁਜੈਸਟ ਕਿ ਕੇਅਰ ਗਿਵਰ ਬਹੁਤ ਜ਼ਿਆਦਾ ਦੇਖ ਪਰਖ ਕੇ ਲੱਭਣ ਦੀ ਜ਼ਰੂਰਤ ਹੈ, ਕਿਉਂਕਿ ਗੱਲ ਇੱਥੇ ਇਕੱਲੇ ਤੁਹਾਡੇ ਬੱਚੇ ਦੀ ਸੇਫਟੀ ਦੀ ਨਹੀਂ, ਤੁਹਾਡੇ ਕੇਅਰ ਗਿਵਰ ਨੂੰ ਤੁਹਾਡੀ ਫੈਮਿਲੀ ਦੀ ਬਿਹੇਵੀਅਰਲ ਐਕਸਪੈਕਟੇਸ਼ਨਸ ਦੇ ਨਾਲ ਅਲਾਈਨ ਹੋਣਾ ਵੀ ਬਹੁਤ ਜ਼ਰੂਰੀ ਹੈ. ਇਸ ਲਈ ਸਾਈਕੋਲੋਜਿਸਟ ਸੁਜੈਸਟ ਕਰਦੇ ਨੇ ਕਿ ਹਮੇਸ਼ਾ ਪ੍ਰੋਫੈਸ਼ਨਲ ਐਂਡ ਐਜੂਕੇਟਿਡ ਕੇਅਰ ਗਿਵਰਸ ਹੀ ਹਾਇਰ ਕਰੋ ਆਪਣੇ ਬੱਚੇ ਦੇ ਲਈ. Active listening is another important step. It can be very tempting to brush off your child's needs, especially when you have a bad day or when you're busy. But your child really needs to know that you're going to listen to them. For example, ਤੁਸੀਂ ਡਿਨਰ ਕੁੱਕ ਕਰ ਰਹੇ ਹੋ ਤੇ ਤੁਸੀਂ ਆਲਰੇਡੀ ਬਹੁਤ ਟਾਇਰਡ ਹੋ, ਪਰ ਤੁਹਾਡਾ ਬੱਚਾ ਆ ਕੇ ਤੁਹਾਨੂੰ ਦੱਸਦਾ ਹੈ ਕਿ ਉਹਦੇ ਵੱਡੇ ਬ੍ਰਦਰ ਨੇ ਉਹਨੂੰ ਕੋਈ ਬੈਡ ਵਰਡ ਯੂਜ਼ ਕੀਤਾ. You have to stop and listen to your child. Please ਉਹਨੂੰ ਇਗਨੋਰ ਨਾ ਕਰੋ. ਈਵਨ ਕਿ ਜਦੋਂ ਤੁਹਾਡਾ ਬੱਚਾ ਕਿਸੇ ਛੋਟੀ ਜਿਹੀ ਚੀਜ਼ 'ਤੇ ਰੋਂਦਾ ਹੈ, ਜਿਵੇਂ ਕਿ ਮੇਰਾ ਟੋਏ ਟੁੱਟ ਗਿਆ, ਤਾਂ ਉਹਨੂੰ ਇਗਨੋਰ ਨਾ ਕਰੋ, ਬਲਕਿ ਉਹਨੂੰ ਸੁਣੋ ਅਤੇ ਉਹਦੀ ਫੀਲਿੰਗਸ ਨੂੰ ਵੈਲੀਡੇਟ ਕਰੋ. ਉਹਨੂੰ ਇਗਨੋਰ ਕਰਕੇ ਉਹਦੇ ਹੱਥ ਦੇ ਵਿੱਚ ਫੋਨ ਜਾਂ ਟੈਬਲੇਟ ਫੜਾਉਣਾ ਸਹੀ ਸੋਲਿਊਸ਼ਨ ਨਹੀਂ ਹੈ. ਉਹਨੂੰ ਸੁਣਨਾ ਉਸ ਟਾਈਮ ਦੇ ਉੱਤੇ ਸਹੀ ਸੋਲਿਊਸ਼ਨ ਹੈ. Speak to him that, oh, your toy broke, this is sad, but we'll get you a new one. ਉਹਦੀ ਫੀਲਿੰਗਸ ਨੂੰ ਵੈਲੀਡੇਟ ਕਰੋ ਉਸ ਟਾਈਮ ਦੇ ਉੱਤੇ. ਅੱਜ ਕੱਲ੍ਹ ਬੱਚਿਆਂ ਦੀ TV ਸਕਰੀਨਸ, ਆਈਪੈਡਸ ਜਾਂ ਟੈਬਲੇਟਸ 'ਤੇ ਜ਼ਿਆਦਾ ਆਦਤ ਇਸ ਲਈ ਬਣੀ ਹੋਈ ਹੈ ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ ਹੈ ਕਿ ਜੇ ਮੈਂ ਰੋਊਂਗਾ ਤਾਂ ਮੈਨੂੰ ਟੈਬਲੇਟ ਮਿਲੂਗਾ ਖੇਲਣ ਦੇ ਲਈ. ਇਸੇ ਰੀਜ਼ਨ ਕਰਕੇ ਸਪੈਸ਼ਲ ਪਲੇ ਟਾਈਮ ਇਜ਼ ਵੈਰੀ ਇੰਪੋਰਟੈਂਟ ਫॉर ਚਿਲਡਰਨ. ਮਾਡਰਨ ਡੇ ਪੈਰੈਂਟਿੰਗ ਦੀ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਜੋ ਆ ਰਹੀ ਹੈ ਉਹ ਇਹੀ ਹੈ ਕਿ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਆਈਪੈਡਸ ਜਾਂ ਟੈਬਲੇਟਸ ਨੇ ਤੇ ਪੇਰੈਂਟਸ ਕੋਲ ਵੀ ਅੱਛੇ ਐਕਸਕਿਊਜ਼ਸ ਨੇ ਕਿ ਜੇ ਰੋਂਦਾ ਹੈ ਤਾਂ ਚੁੱਪ ਨਹੀਂ ਕਰਦਾ, ਫੜਾਉਣਾ ਪੈਂਦਾ ਹੈ. Well, if you want your child to be out of that tablet, you have to give him or her their special play time ਤਾਂ ਕਿ ਉਹ ਬੱਚਿਆਂ ਦੇ ਵਾਂਗੂ ਐਕਚੁਅਲੀ ਦੇ ਵਿੱਚ ਬਾਹਰ ਗਰਾਊਂਡ 'ਚ ਜਾ ਕੇ ਖੇਡ ਸਕਣ. ਜੇ ਤੁਸੀਂ ਬੱਚੇ ਨੂੰ 4 ਦਿਨ ਪਾਰਕ ਵਿੱਚ ਲਿਜਾ ਕੇ ਬੱਚਿਆਂ ਵਾਲੀਆਂ ਗੇਮਸ ਖਿਲਾਓਗੇ ਤਾਂ ਉਹ ਕਦੇ ਵੀ ਆਈਪੈਡਸ ਵਾਲੀਆਂ ਗੇਮ ਖੇਲਣ ਦੇ ਵਿੱਚ ਇੰਟਰਸਟਿਡ ਨਹੀਂ ਹੋਣਗੇ. ਗਰਾਊਂਡ ਗੇਮਸ, ਪਾਰਕ ਟੂਰਸ ਆਰ ਵੈਰੀ ਇੰਪੋਰਟੈਂਟ ਫॉर द ਫਿਜ਼ੀਕਲ ਡਿਵੈਲਪਮੈਂਟ ਆਫ ਦ ਚਾਈਲਡ. Hence, special play time is very important and you have to be consistent with it. ਪੇਰੈਂਟਸ ਜੇ ਬੱਚਿਆਂ ਨੂੰ ਬਾਹਰ ਲਿਜਾ ਕੇ ਉਹਨਾਂ ਨੂੰ ਪਲੇ ਟਾਈਮ ਨਹੀਂ ਦੇ ਸਕਦੇ ਤਾਂ ਮੇਕ ਸ਼ੋਰ ਯੂਰ ਕੇਅਰ ਗਿਵਰਸ ਡੂ. ਬਹੁਤ ਸਾਰੇ ਕੇਸਿਸ ਦੇ ਵਿੱਚ ਗ੍ਰੈਂਡ ਪੇਰੈਂਟਸ ਬੱਚਿਆਂ ਦਾ ਖਿਆਲ ਰੱਖਦੇ ਨੇ ਅਤੇ ਉਹ ਬੱਚਿਆਂ ਦੇ ਪਿੱਛੇ ਨਹੀਂ ਫਿਰ ਸਕਦੇ, ਬਟ ਸਟਿਲ ਇਟਸ ਵੈਰੀ ਇੰਪੋਰਟੈਂਟ ਕਿ ਇੱਕ ਲਿਮਿਟਿਡ ਓਪਨ ਏਰੀਆ ਦੇ ਵਿੱਚ ਬੱਚੇ ਨੂੰ ਉਹਦਾ ਰੈਗੂਲਰ ਟਾਈਮ ਜ਼ਰੂਰ ਦਿੱਤਾ ਜਾਵੇ. ਐਂਡ ਐਟਲੀਸਟ ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਵਨਸ ਅ ਵੀਕ ਤਾਂ ਤੁਸੀਂ ਜ਼ਰੂਰ ਉਹਦੇ ਸਪੈਸ਼ਲ ਪਲੇ ਟਾਈਮ ਲਈ ਟਾਈਮ ਕੱਢੋ ਅਤੇ ਦੇਖੋ ਕਿ ਤੁਹਾਡੇ ਬੱਚੇ ਦੀ ਫਿਜ਼ੀਕਲ ਐਂਡ ਮੈਂਟਲ ਗਰੋਥ ਕਿਵੇਂ ਇੰਪਰੂਵ ਹੋ ਰਹੀ ਹੈ. ਤੁਸੀਂ ਸੋਚ ਰਹੇ ਹੋਵੋਗੇ ਕਿ ਸਿਰਫ ਕਹਿਣਾ ਸੌਖਾ ਹੈ. ਨਹੀਂ, ਇਹ ਕਰਨਾ ਵੀ ਬਹੁਤ ਸੌਖਾ ਹੈ. The only thing that you need to do is create proper structure and rules. ਜਦੋਂ ਤੁਸੀਂ ਇੱਕ ਪ੍ਰੋਪਰ ਰੂਲਸ, ਰੈਗੂਲੇਸ਼ਨਸ ਐਂਡ ਰੂਟੀਨਸ ਦਾ ਇੱਕ ਸਟਰਕਚਰ ਬਣਾ ਲਓਗੇ ਤਾਂ ਇਹ ਕਰਨਾ ਵੀ ਬਹੁਤ ਈਜ਼ੀ ਹੋ ਜਾਏਗਾ. ਫੋਰ ਐਗਜ਼ਾਮਪਲ, ਅਗਰ ਤੁਹਾਡਾ ਬੱਚਾ ਕਿਸੇ ਨੂੰ ਹਿੱਟ ਕਰਦਾ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਰਨ ਨਾਲ ਉਹਨੂੰ ਉਹਦਾ ਸਪੈਸ਼ਲ ਪਲੇ ਟਾਈਮ ਨਹੀਂ ਮਿਲੇਗਾ, ਜਾਂ ਜਿਸ ਵੀ ਤਰੀਕੇ ਨਾਲ ਤੁਸੀਂ ਇਹ ਰੂਲ ਨੂੰ ਇੰਪਲੀਮੈਂਟ ਕਰਨਾ ਚਾਹੋ. ਬਟ ਦ ਮੇਨ ਪੁਆਇੰਟ ਓਵਰ ਹੀਅਰ ਇਜ਼ ਕਿ ਇਹ ਰੂਲ ਸਿਰਫ ਬੱਚੇ ਲਈ ਨਹੀਂ ਹੋਣੇ ਚਾਹੀਦੇ, ਇਹ ਫੈਮਿਲੀ ਲਈ ਵੀ ਹੋਣੇ ਚਾਹੀਦੇ ਨੇ, ਸੋ ਦੈਟ ਯੂਰ ਚਾਈਲਡ ਡਜ਼ਨਟ ਗੈਟ ਮਿਕਸਡ ਮੈਸੇजेस ਔਨ ਵਾਟ ਇਜ਼ ਓਕੇ ਐਂਡ ਵਾਟ ਇਜ਼ ਨਾਟ ਓਕੇ. ਫੋਰ ਐਗਜ਼ਾਮਪਲ, ਅਗਰ ਤੁਸੀਂ ਹੀ ਰੂਲ ਬਣਾਇਆ ਹੈ ਕਿ ਡਿਨਰ ਟਾਈਮ ਦੇ ਉੱਤੇ ਬੱਚੇ ਨੂੰ ਸਕਰੀਨ ਨਹੀਂ ਯੂਜ਼ ਕਰਨ ਦੇਣੀ ਤਾਂ ਕਿ ਉਹਨੂੰ ਆਦਤ ਨਾ ਪਵੇ ਖਾਣਾ ਖਾਣ ਦੇ ਟਾਈਮ ਦੇ ਉੱਤੇ ਹਮੇਸ਼ਾ ਆਈਪੈਡ ਜਾਂ ਟੈਬਲੇਟ ਦੇਖਣ ਦੀ, ਤਾਂ ਮੇਕ ਸ਼ੋਰ that you also don't use your phone while having dinner. One reason children are using more phones these days is because parents are using phones more. Work life separated, but make sure ਕਿ ਤੁਸੀਂ ਜਦੋਂ ਵੀ ਆਪਣੇ ਬੱਚੇ ਨੂੰ ਟਾਈਮ ਦਿੰਦੇ ਹੋ ਉਦੋਂ ਤੁਸੀਂ ਵੀ ਸਕਰੀਨ ਯੂਜ਼ ਨਾ ਕਰੋ. ਬਹੁਤ ਛੋਟੀ ਉਮਰ ਤੋਂ ਹੀ ਅੱਜ ਕੱਲ੍ਹ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਗੁੱਡ ਟੱਚ ਕੀ ਹੁੰਦਾ ਹੈ ਅਤੇ ਬੈਡ ਟੱਚ ਕੀ ਹੁੰਦਾ ਹੈ, which is very important these days. ਕਦੇ ਸਾਡੀ ਫੈਮਲੀਜ਼ ਦੇ ਵਿੱਚ ਇਹੋ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਵਿੱਚ ਸੰਗ ਕੀਤੀ ਜਾਂਦੀ ਹੈ, ਪਰ ਇਹ ਅੱਜ ਦੇ ਟਾਈਮ ਦੀ ਬਹੁਤ ਵੱਡੀ ਜ਼ਰੂਰਤ ਹੈ. ਤੁਹਾਡੇ ਬੱਚੇ ਨੂੰ ਇਸ ਚੀਜ਼ ਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਸੋ ਦੈਟ ਅਨਫੋਰਚੂਨੇਟਲੀ ਵੀ ਅਗਰ ਤੁਹਾਡੇ ਬੱਚੇ ਨੂੰ ਕਦੇ ਬੈਡ ਟੱਚ ਐਕਸਪੀਰੀਅੰਸ ਕਰਨਾ ਪੈਂਦਾ ਹੈ ਤਾਂ ਉਹ ਤੁਹਾਨੂੰ ਆ ਕੇ ਦੱਸ ਸਕੇ ਅਤੇ ਤੁਸੀਂ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਸਕੋ.
We know that every parent and every child is unique. हर फैमिली बहुत डिफरेंट है ਤੇ ਬਹੁਤ ਸਪੈਸ਼ਲ ਹੈ ਤੇ ਕੋਈ ਇੱਕ ਅਪਰੋਚ ਸਾਰਿਆਂ ਲਈ ਸੈੱਟ ਬੈਠ ਜਾਏ ਇਹ ਸਾਡੇ ਐਪੀਸੋਡ ਦਾ ਮਕਸਦ ਨਹੀਂ ਹੈ. Our only motive is to share information, ideas and opinion with you so that you can make the best decision for what can work for your family and your child. ਹੁਣ ਅਸੀਂ ਗੱਲ ਕਰਾਂਗੇ ਡਿਫਰੈਂਟ ਏਜ ਗਰੁੱਪ ਦੇ ਬੱਚਿਆਂ ਦੇ ਬਾਰੇ, that is 8 to 14 years. ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੀ ਹਾਂ ਜੋ ਸਾਡੇ ਸਾਈਕੋਲੋਜਿਸਟਸ ਦੇ ਅਕੋਰਡਿੰਗ ਹਰ ਏਜ ਗਰੁੱਪ ਦੇ ਬੱਚਿਆਂ ਦੇ ਪੇਰੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ. ਦਿਸ ਇਜ਼ ਅਬਾਊਟ ਚਾਈਲਡ ਅਬਿਊਜ਼ ਐਂਡ ਨਿਗਲੈਕਟ. ਚਾਈਲਡ ਅਬਿਊਜ਼ ਫਿਜ਼ੀਕਲ, ਮੈਂਟਲ, ਸੈਕਸ਼ੂਅਲ, ਇਮੋਸ਼ਨਲ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ. ਜੋ ਵੀ ਨੁਕਸਾਨ ਜਾਂ ਦਰਦ ਕਿਸੇ ਬੱਚੇ ਨੂੰ ਜਾਣੇ ਜਾਂ ਅਣਜਾਣੇ ਵਿੱਚ ਪਹੁੰਚਾਇਆ ਜਾਂਦਾ ਹੈ ਉਹਦੇ ਵਿੱਚ ਬੱਚੇ ਰਿਸਪੌਂਸਿਬਲ ਨਹੀਂ ਹੁੰਦੇ, ਪਰ ਫਿਰ ਵੀ ਕੁਝ ਰਿਸਕ ਫੈਕਟਰਸ ਹੁੰਦੇ ਨੇ ਜਿਨ੍ਹਾਂ ਵਿੱਚ ਅਬਿਊਜ਼ ਜਾਂ ਨਿਗਲੈਕਟ ਹੋਣ ਦੇ ਚਾਂਸਸ ਵੱਧ ਜਾਂਦੇ ਨੇ. ਜਿਵੇਂ ਕਿ ਜੇ ਬੱਚੇ ਦੇ ਕੇਅਰ ਗਿਵਰ ਨੂੰ ਡਰੱਗ, ਐਲਕੋਹਲ ਜਾਂ ਮੈਂਟਲ ਇਸ਼ੂਜ਼ ਹੋਣ ਜਾਂ ਉਹ ਸਿੰਪਲੀ ਚਾਈਲਡ ਨੀਡਸ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਨਾਕਾਮਯਾਬ ਹੋਵੇ ਤਾਂ ਉਹ ਵੀ ਚਾਈਲਡ ਨਿਗਲੈਕਟ ਦਾ ਹਿੱਸਾ ਬਣ ਜਾਂਦੀ ਹੈ. ਅਤੇ ਖਾਸ ਕਰਕੇ ਜਿਨ੍ਹਾਂ ਫੈਮਲੀਜ਼ ਦੇ ਵਿੱਚ ਰਿਲੇਸ਼ਨਸ਼ਿਪ ਵਾਇਲੈਂਸ ਹੁੰਦੀ ਹੈ ਜਾਂ ਨੈਗੇਟਿਵ ਕਮਿਊਨੀਕੇਸ਼ਨ ਸਟਾਈਲ ਹੁੰਦਾ ਹੈ ਉੱਥੇ ਚਾਈਲਡ ਅਬਿਊਜ਼ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ. Because trauma experienced at this stage stays for life. ਇਹਨਾਂ ਰਿਸਕ ਫੈਕਟਰਸ ਨੂੰ ਪ੍ਰੀਵੈਂਟ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਫੈਮਿਲੀ ਦਾ ਇੱਕ ਸਟੇਬਲ ਰਿਲੇਸ਼ਨਸ਼ਿਪ ਦੇ ਵਿੱਚ ਹੋਣਾ ਤੇ ਪੋਜ਼ਿਟਿਵ ਕਮਿਊਨੀਕੇਸ਼ਨ ਸਟਾਈਲ ਦੇ ਵਿੱਚ ਰਹਿਣਾ. ਅਗਰ ਫੈਮਿਲੀ ਤੋਂ ਬਾਹਰ ਤੁਹਾਡੇ ਰਿਲੇਟਿਵਸ ਦੇ ਵਿੱਚ, ਤੁਹਾਡੇ ਨੇਬਰਹੁੱਡ ਦੇ ਵਿੱਚ ਜਾਂ ਕੋਈ ਵੀ ਤੁਹਾਡੇ ਡਿਸਟੈਂਟ ਰਿਲੇਸ਼ਨਸ ਦੇ ਵਿੱਚ ਕੋਈ ਇਹੋ ਜਿਹਾ ਕੇਅਰਿੰਗ ਐਡਲਟ ਹੈ ਜਿਹਨੂੰ ਤੁਸੀਂ ਰੋਲ ਮਾਡਲ ਜਾਂ ਮੈਂਟੋਰ ਬਣਾ ਸਕਦੇ ਹੋ ਤਾਂ ਉਹ ਵੀ ਬਹੁਤ ਚੰਗਾ ਸਟੈਪ ਹੈ. And we can't stress more on the need of professional, qualified and ethical caregivers to provide a safe environment for your child. ਹੁਣ ਅਸੀਂ ਅੱਗੇ ਗੱਲ ਕੰਟੀਨਿਊ ਕਰਦੇ ਹਾਂ for children in the age group of 7 to 12 year olds. ਇਸ ਟਾਈਮ ਪੀਰੀਅਡ ਦੇ ਵਿੱਚ ਬੱਚਿਆਂ ਦੇ ਅੰਦਰ ਬਹੁਤ ਸਾਰੇ ਇਮੋਸ਼ਨਲ ਐਂਡ ਸੋਸ਼ਲ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਨੇ. And this time period is very essential for them in developing confidence through friends, schoolwork and sports. ਹੁਣ ਬੱਚੇ ਪੇਰੈਂਟਸ ਤੋਂ ਥੋੜ੍ਹਾ ਇੰਡੀਪੈਂਡੈਂਟ ਹੋਣਾ ਸਿੱਖ ਜਾਂਦੇ ਨੇ. ਹੁਣ ਉਹ ਥੋੜ੍ਹਾ ਆਪਣੇ ਫਿਊਚਰ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਨੇ. ਇਸ ਏਜ ਗਰੁੱਪ ਦੇ ਵਿੱਚ ਬੱਚੇ ਚਾਹੁੰਦੇ ਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਫਰੈਂਡਸ ਵੱਲੋਂ ਲਾਈਕ ਤੇ ਐਕਸੈਪਟ ਕੀਤਾ ਜਾਵੇ. They learn better ways to talk about their thoughts and feelings and they start understanding a little about their place in the world. ਤੇ ਜਦੋਂ ਉਹ ਥੋੜ੍ਹੇ ਹੋਰ ਵੱਡੇ ਹੁੰਦੇ ਨੇ ਤਾਂ ਉਹ ਬੈਟਰ ਫਰੈਂਡਸ਼ਿਪਸ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ. ਇਸ ਏਜ ਦੇ ਵਿੱਚ ਉਹ ਜ਼ਿਆਦਾਤਰ ਸੇਮ ਜੈਂਡਰ ਫਰੈਂਡਸ਼ਿਪਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ. ਹੁਣ ਉਹ ਆਪਣੀ ਬਾਡੀ ਨੂੰ ਲੈ ਕੇ ਵੀ ਥੋੜ੍ਹਾ ਅਵੇਅਰ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਬਾਡੀ ਇਮੇਜਸ ਬਣਾਉਣੇ ਸ਼ੁਰੂ ਕਰ ਦਿੰਦੇ ਨੇ. ਇਸ ਏਜ ਵਿੱਚ ਉਹਨਾਂ ਲਈ ਅਕੈਡਮਿਕ ਚੈਲੰਜਸ ਵੀ ਸਕੂਲ ਵੱਲੋਂ ਜ਼ਿਆਦਾ ਵੱਧ ਜਾਂਦੇ ਨੇ ਜਿਹਦੇ ਨਾਲ ਉਹਨਾਂ ਦੀ ਡਿਵੈਲਪਮੈਂਟ ਐਂਡ ਮੈਂਟਲ ਸਕਿੱਲਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ. ਤਾਂ ਪੇਰੈਂਟਸ ਲਈ ਇਸ ਏਜ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਕੀ ਧਿਆਨ ਰੱਖਣ ਵਾਲੀਆਂ ਚੀਜ਼ਾਂ ਨੇ ਜ਼ਰੂਰੀ ਆਪਣੇ ਬੱਚਿਆਂ ਦੇ ਪ੍ਰਤੀ? ਕਿਸ ਤਰੀਕੇ ਦਾ ਕਮਿਊਨੀਕੇਸ਼ਨ ਸਟਾਈਲ ਐਸਟੈਬਲਿਸ਼ ਕਰਨਾ ਜ਼ਰੂਰੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਲ? ਵੈਲ, ਹਰ ਚੀਜ਼ ਦੇ ਰਿਲੇਟਿਡ ਕਮਿਊਨੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ. ਡਿਸਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਦੇ ਨਾਲ ਹਰ ਚੀਜ਼ ਦੇ ਹਰ ਲੈਵਲ ਦੇ ਉੱਤੇ ਤਾਂ ਕਿ ਉਹਨਾਂ ਨੂੰ ਰੈਗੂਲਰਲੀ ਪਤਾ ਲੱਗਦਾ ਰਹੇ ਕਿ ਕੀ ਸਹੀ ਹੈ ਅਤੇ ਕੀ ਨਹੀਂ. ਬੱਚਿਆਂ ਨੂੰ ਉਹਨਾਂ ਦੇ ਸਕੂਲ ਦੇ ਬਾਰੇ, ਉਹਨਾਂ ਦੇ ਫਰੈਂਡਸ ਦੇ ਬਾਰੇ, ਹਰ ਚੀਜ਼ ਦੇ ਰਿਲੇਟਿਡ ਵੱਧ ਤੋਂ ਵੱਧ ਗੱਲ ਕਰੋ ਉਹਨਾਂ ਦੇ ਨਾਲ. ਉਹਨਾਂ ਨੂੰ ਪੁੱਛੋ ਕਿ ਉਹ ਕੀ ਸੋਚ ਰਹੇ ਨੇ ਆਪਣੇ ਫਿਊਚਰ ਨੂੰ ਲੈ ਕੇ. ਉਹਨਾਂ ਦੇ ਲਰਨਿੰਗ ਗੋਲਸ ਨੂੰ ਸਮਝਣ ਦੀ ਕੋਸ਼ਿਸ਼ ਕਰੋ. ਬੀ ਵੈਰੀ ਇਨਵੋਲਵਡ ਇਨ ਦੇਅਰ ਸਕੂਲ ਲਾਈਫ ਐਂਡ ਵਿਦ ਦੇਅਰ ਟੀਚਰਸ. ਦੂਸਰਾ, ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਐਨਕਰੇਜਡ ਰੱਖੋ. ਉਹਨਾਂ ਨੂੰ ਥੋੜ੍ਹਾ ਇਸੀ ਸਟੇਜ ਦੇ ਉੱਤੇ ਪ੍ਰੋਬਲਮ ਸੋਲਵਿੰਗ ਲਈ ਪੁਸ਼ ਕਰਦੇ ਰਹੋ. ਉਹਨਾਂ ਨੂੰ ਐਨਕਰੇਜ ਕਰੋ ਸਾਰਿਆਂ ਦੀ ਰਿਸਪੈਕਟ ਕਰਨ ਦੇ ਲਈ. ਬੱਚਿਆਂ ਨੂੰ ਉਹਨਾਂ ਦੇ ਹਰ ਐਕਸ਼ਨ ਦੇ ਕੌਨਸੀਕੁਐਂਸਿਸ ਬਾਰੇ ਸਮਝਾਉਣਾ ਸ਼ੁਰੂ ਕਰੋ. ਪਨਿਸ਼ਮੈਂਟ ਇਜ਼ ਨਾਟ ਰਾਈਟ ਬਟ ਡਿਸਿਪਲਿਨ ਇਜ਼ ਦ ਰਾਈਟ ਥਿੰਗ ਟੂ ਟੀਚ ਓਵਰ ਹੀਅਰ. ਤੁਸੀਂ ਜੋ ਵੀ ਡਿਸਿਪਲਿਨ ਜਾਂ ਜੋ ਵੀ ਰੂਲਸ ਆਪਣੇ ਬੱਚੇ ਲਈ ਲਾਗੂ ਕਰਨਾ ਚਾਹੁੰਦੇ ਹੋ ਉਹਨੂੰ ਉਹਦੇ ਰੀਜ਼ਨਸ ਵੀ ਇਸਟੈਬਲਿਸ਼ ਕਰਕੇ ਦਿਓ. ਉਹਨਾਂ ਨੂੰ ਦੱਸੋ ਕਿ ਇਹ ਚੀਜ਼ ਤੁਸੀਂ ਉਹਨਾਂ ਨੂੰ ਕਿਉਂ ਸਿਖਾ ਰਹੇ ਹੋ ਤਾਂ ਕਿ ਇਸੀ ਉਮਰ ਤੋਂ ਉਹਨਾਂ ਨੂੰ ਰਿਸਪੌਂਸਿਬਿਲਟੀ ਦੇ ਮਾਇਨੇ ਸਮਝ ਆਉਣੇ ਸ਼ੁਰੂ ਹੋ ਜਾਣ. ਆਪਣੇ ਬੱਚੇ ਦੇ ਅੰਦਰ ਸੈਲਫ ਕੌਨਫੀਡੈਂਸ ਨੂੰ ਇਨਕਲਕੇਟ ਕਰਨ ਲਈ ਇਸ ਏਜ ਦੇ ਵਿੱਚ ਉਹਦੀ ਐਬਿਲਿਟੀਜ਼ ਨੂੰ ਰੈਕੋਗਨਾਈਜ਼ ਕਰਨਾ ਸ਼ੁਰੂ ਕਰੋ. ਬੱਚਿਆਂ ਲਈ ਛੋਟੇ ਗੋਲਸ, ਅਚੀਵੇਬਲ ਗੋਲਸ ਸੈੱਟ ਕਰੋ ਅਤੇ ਉਹਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੋ. They will learn to take pride in themselves and they will not rely upon others for approval. Also make sure you meet the families of your child's friend.
ਬੱਚਿਆਂ ਲਈ ਇਸ ਏਜ ਦੇ ਉੱਤੇ ਫਰੈਂਡਸ ਦਾ ਥੋੜਾ ਇਨਫਲੂਐਂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਇਟਸ ਵੈਰੀ ਇੰਪੋਰਟੈਂਟ ਦੈਟ ਯੂ ਨੋ ਦੈਟ ਹੂਸੋਐਵਰ ਇਜ਼ ਦ ਫਰੈਂਡ ਆਫ ਯੋਰ ਚਾਈਲਡ, ਉਹਨਾਂ ਦੀ ਫੈਮਲੀਜ਼ ਅੱਗੇ ਕਿਹੋ ਜਿਹੀਆਂ ਨੇ ਤੇ ਉਹਨਾਂ ਦੀ ਫੈਮਲੀ ਵੈਲਿਊਜ਼ ਤੁਹਾਡੀ ਫੈਮਲੀ ਵੈਲਿਊਜ਼ ਨਾਲ ਅਲਾਈਨ ਕਰਦੀਆਂ ਨੇ ਜਾਂ ਨਹੀਂ। ਟੀਚਰਸ ਆਪਣਾ ਸਹੀ ਰੋਲ ਨਿਭਾ ਰਹੇ ਨੇ ਜਾਂ ਨਹੀਂ, ਇਹ ਵੀ ਚੈੱਕ ਕਰਨਾ ਤੁਹਾਡੀ ਰਿਸਪੌਂਸਿਬਿਲਿਟੀ ਹੈ। ਟਾਈਮ ਟੂ ਟਾਈਮ ਆਪਣੇ ਬੱਚੇ ਦੇ ਟੀਚਰਸ ਨੂੰ ਮਿਲਦੇ ਰਹੋ ਤਾਂ ਕਿ ਤੁਹਾਨੂੰ ਆਪਣੇ ਬੱਚੇ ਦੀ ਪਰਫਾਰਮੈਂਸ ਦੇ ਬਾਰੇ ਵੀ ਪਤਾ ਲੱਗਦਾ ਰਹੇ ਐਂਡ ਸੋ ਦੈਟ ਯੂ ਨੋ ਦੈਟ ਯੋਰ ਚਾਈਲਡ ਇਜ਼ ਗੋਇੰਗ ਔਨ ਦ ਰਾਈਟ ਟਰੈਕ ਐਂਡ ਇਜ਼ ਇਨ ਸੇਫ ਹੈਂਡਸ। ਤੇ ਹਮੇਸ਼ਾ ਧਿਆਨ ਰੱਖੋ ਵੀ ਕਿਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਤੁਹਾਡੇ ਬੱਚੇ ਨਾਲ ਦੁਰਵਿਵਹਾਰ ਤਾਂ ਨਹੀਂ ਕਰ ਰਿਹਾ। ਬੱਚੇ ਅਕਸਰ ਆਪਸ ਦੇ ਵਿੱਚ ਲੜ ਪੈਂਦੇ ਨੇ ਤੇ ਕਦੇ-ਕਦੇ ਤਾਂ ਕਿਸੇ ਨਾ ਕਿਸੇ ਚੀਜ਼ ਨਾਲ ਹਿੱਟ ਵੀ ਕਰ ਦਿੰਦੇ ਨੇ। ਜਦੋਂ ਪੁੱਛਿਆ ਜਾਵੇ ਕਿ ਕੀ ਗੱਲ ਹੋਈ ਸੀ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਇੱਕ ਬੱਚੇ ਨੇ ਪਹਿਲਾਂ ਟੀਜ਼ ਕੀਤਾ ਜਾਂ ਕੁਝ ਗਲਤ ਬੋਲਿਆ। ਇਹੋ ਜਿਹੀ ਸਿਚੁਏਸ਼ਨ ਵਿੱਚ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇ ਤੁਹਾਡੇ ਬੱਚੇ ਨਾਲ ਇਹੋ ਜਿਹਾ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਉਹ ਬਿਨਾਂ ਡਰੇ ਤੁਹਾਨੂੰ ਇਹ ਗੱਲ ਦੱਸ ਸਕੇ। ਦੂਜਾ, ਯੂ ਹੈਵ ਟੂ ਟੀਚ ਹਿਮ ਔਨ ਹਾਊ ਟੂ ਰਿਐਕਟ ਇਫ ਦਿਸ ਹੈਪਨਸ ਟੂ ਹਿਮ ਔਰ ਹਰ। ਸਿਰਫ ਲੜਨਾ ਨਹੀਂ ਕਿਸੇ ਨਾਲ, ਇਹ ਕਹਿ ਕੇ ਨਾ ਸਾਰੋ। ਜੇ ਤੁਹਾਡੇ ਬੱਚੇ ਨੂੰ ਕੋਈ ਟੀਜ਼ ਕਰਦਾ ਹੈ ਜਾਂ ਉਹਦੇ ਨਾਲ ਗਲਤ ਬਿਹੇਵ ਕਰਦਾ ਹੈ ਤਾਂ ਆਪਣੇ ਬੱਚੇ ਨੂੰ ਰਿਐਕਟ ਕਰਨ ਦਾ ਸਹੀ ਤਰੀਕਾ ਸਿਖਾਓ ਸਿਚੁਏਸ਼ਨ ਦੇ ਅਕੋਰਡਿੰਗ। ਉਹਨੂੰ ਦੱਸੋ ਕਿ ਉਹਨੂੰ ਇਸ ਚੀਜ਼ ਬਾਰੇ ਨਾਲ ਦੀ ਨਾਲ ਕਿਸੇ ਵੱਡੇ ਨੂੰ ਇਨਫੋਰਮ ਕਰਨਾ ਚਾਹੀਦਾ ਹੈ ਤੇ ਮੇਕ ਸ਼ੋਰ ਕਿ ਅਗਰ ਉਹ ਐਲਡਰਲੀ ਤੁਸੀਂ ਹੋ ਤਾਂ ਬੱਚੇ ਨੂੰ ਉਸ ਸਿਚੁਏਸ਼ਨ 'ਚੋਂ ਬਾਹਰ ਕੱਢੋ। ਇਹ ਜੋ ਏਜ ਪੀਰੀਅਡ ਹੈ 7 to 12 ਇਅਰਸ ਦਾ, ਇਸ ਏਜ ਪੀਰੀਅਡ ਦੇ ਵਿੱਚ ਅੱਜ ਵੀ ਸਾਡੀ ਸੋਸਾਇਟੀ ਦੇ ਵਿੱਚ ਕੁਝ ਚੀਜ਼ਾਂ ਨੇ ਜੋ ਬੱਚੇ ਦੀ ਡਿਵੈਲਪਮੈਂਟ ਲਈ ਸਹੀ ਨਹੀਂ ਹਨ। ਮਾਡਰਨ ਡੇ ਪੈਰੈਂਟਿੰਗ ਰਿਕੁਆਇਰਸ ਯੂ ਟੂ ਸਟਾਪ ਇੰਪੋਜ਼ਿੰਗ ਜੈਂਡਰ ਰੋਲਸ ਅਪਨ ਯੋਰ ਚਾਈਲਡ। ਮੁੰਡੇ ਰੋਂਦੇ ਨਹੀਂ ਹੁੰਦੇ, ਕੁੜੀਆਂ ਸ਼ਰਮਾਉਂਦੀਆਂ ਚੰਗੀਆਂ ਲੱਗਦੀਆਂ ਨੇ। ਪਲੀਜ਼ ਸਟਾਪ ਡੂਇੰਗ ਦਿਸ ਐਨੀਮੋਰ। ਜੈਂਡਰ ਰੋਲਸ ਇੱਕ ਬਹੁਤ ਹੀ ਸੈਂਸਿਟਿਵ ਸਬਜੈਕਟ ਹੈ ਜਿਹਦੇ ਬਾਰੇ ਚਰਚਾ ਕਰਨ ਲਈ ਸ਼ਾਇਦ ਸਾਨੂੰ ਅਲੱਗ ਤੋਂ ਇੱਕ ਪੂਰਾ ਐਪੀਸੋਡ ਚਾਹੀਦਾ ਹੈ। ਬਟ ਫॉर all that we can say for now is every child is unique in his or her own ways ਤੇ ਉਹਨੂੰ ਉਹਦੀ ਟੈਲੈਂਟ ਦੇ ਅਕੋਰਡਿੰਗ, ਉਹਦੀ ਐਬਿਲਿਟੀਜ਼ ਦੇ ਅਕੋਰਡਿੰਗ ਗਰੋ ਹੋਣ ਦਿਓ ਤੇ ਜੈਂਡਰ ਰੋਲਸ ਲਗਾ ਕੇ ਉਹਨਾਂ ਦੀ ਐਬਿਲਿਟੀਜ਼ ਨੂੰ ਨਾ ਰੋਕੋ। ਜਿਵੇਂ ਕਿ ਫੋਰ ਐਗਜ਼ਾਮਪਲ ਜੇ ਕੋਈ ਕੁੜੀ ਹੈ 7 ਤੋਂ 12 ਸਾਲ ਦੀ ਉਮਰ ਦੇ ਵਿੱਚ ਤੇ ਉਹਦਾ ਸਪੋਰਟਸ ਦੇ ਵਿੱਚ ਬਹੁਤ ਇੰਟਰਸਟ ਹੈ ਪਰ ਤੁਸੀਂ ਉਹਨੂੰ ਰੋਕ ਰਹੇ ਹੋ ਕਿਉਂਕਿ ਸਪੋਰਟਸ ਕੁੜੀਆਂ ਲਈ ਠੀਕ ਨਹੀਂ ਲੱਗਦਾ ਤੁਹਾਨੂੰ। ਫੋਰ ਐਗਜ਼ਾਮਪਲ ਸੇਮ ਜੇ ਕੋਈ ਮੁੰਡਾ ਹੈ ਜਿਹਦਾ ਕੁਕਿੰਗ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਪਰ ਤੁਸੀਂ ਉਹਨੂੰ ਕੁਕਿੰਗ ਪਰਸਿਊ ਕਰਨ ਲਈ ਐਨਕਰੇਜ ਨਹੀਂ ਕਰ ਰਹੇ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹ ਉਹਦਾ ਰੋਲ ਨਹੀਂ ਹੈ, ਤਾਂ ਪਲੀਜ਼ ਸਟਾਪ ਡੂਇੰਗ ਦੈਟ ਬਿਕੋਜ਼ ਇਹਦੇ ਨਾਲ ਉਹਨਾਂ ਦੇ ਟੈਲੈਂਟ ਐਂਡ ਉਹਨਾਂ ਦੀ ਐਬਿਲਿਟੀਜ਼ ਨੂੰ ਤੁਸੀਂ ਸਹੀ ਰੈਕੋਗਨਾਈਜ਼ ਨਹੀਂ ਕਰ ਰਹੇ। ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਇਹ ਬਿਲਕੁਲ ਹੀ ਪ੍ਰੂਵਡ ਹੈ। ਜੇ ਅਸੀਂ ਦੇਖੀਏ ਤਾਂ ਵਰਲਡ ਦੇ ਵਿੱਚ ਜ਼ਿਆਦਾਤਰ ਸ਼ੈਫ ਮੇਲ ਨੇ ਤੇ ਸਪੋਰਟਸ ਦੇ ਵਿੱਚ ਸਪੋਰਟਸ women are doing great and a phenomenal job. Also in some families, due to male child preference, girl child often feels ignored at times. So please, it's a humble request, don't do that to your child. ਕਦੇ-ਕਦੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਈ ਫੈਮਲੀਜ਼ ਦੇ ਵਿੱਚ 2-3 ਬੱਚੇ ਸੇਮ ਏਜ ਗਰੁੱਪ ਦੇ ਹੁੰਦੇ ਨੇ ਤੇ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਵਿੱਚ ਕੰਪੈਰੀਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਕੰਪੈਰੀਜ਼ਨਸ ਵੀ ਨਾ ਚਾਹੁੰਦੇ ਹੋਏ ਫੈਮਲੀ ਵੱਲੋਂ ਸ਼ੁਰੂ ਹੋਏ ਹੁੰਦੇ ਨੇ। ਜਿਵੇਂ ਕਿ ਬੱਚਿਆਂ ਨੂੰ ਅਕਸਰ ਕਹਿ ਦੇਣਾ ਕਿ ਇਹ ਜ਼ਿਆਦਾ ਸੋਹਣਾ ਹੈ, ਉਹ ਜ਼ਿਆਦਾ ਐਕਟਿਵ ਹੈ, ਇਹ ਜ਼ਿਆਦਾ ਸਿਆਣਾ ਹੈ, ਉਹ ਜ਼ਿਆਦਾ ਇੰਟੈਲੀਜੈਂਟ ਹੈ। ਇਹ ਸਭ ਕਹਿਣ ਨਾਲ ਬੱਚਿਆਂ ਦੀ ਮਾਨਸਿਕਤਾ 'ਤੇ ਗਲਤ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਬੱਚਿਆਂ ਦੀ ਇਹ ਉਮਰ ਹੀ ਨਹੀਂ ਹੈ ਇਹਨਾਂ ਕੰਪੈਰੀਜ਼ਨਸ ਨੂੰ ਅੰਡਰਸਟੈਂਡ ਕਰਨ ਦੀ। ਛੋਟੀ ਉਮਰ ਵਿੱਚ ਬੱਚਿਆਂ ਸਾਹਮਣੇ ਇਹੋ ਜਿਹੀਆਂ ਗੱਲਾਂ ਕਰਨ ਨਾਲ ਉਹਨਾਂ 'ਤੇ ਸਹੀ ਪ੍ਰਭਾਵ ਨਹੀਂ ਪੈਂਦਾ। ਜਿਸ ਬੱਚੇ ਨੂੰ ਤੁਸੀਂ ਉਹਦੇ ਸਾਹਮਣੇ ਕੰਪੇਅਰ ਕਰਕੇ ਕਹਿ ਦਿੰਦੇ ਹੋ ਕਿ ਇਹ ਘੱਟ ਸਿਆਣਾ ਹੈ, ਉਹ ਸ਼ਾਇਦ ਸਾਰੀ ਉਮਰ ਲਈ ਇਸ ਥਾਟ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲਏਗਾ ਤੇ ਕਦੇ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਗਰੋ ਨਹੀਂ ਕਰ ਪਾਏਗਾ। ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਹੋ ਜਿਹੀ ਡਿਸਕਸ਼ਨਸ ਕਰਨ ਨਾਲ ਬੱਚੇ ਦੀ ਸੈਲਫ ਵਰਥ ਦੇ ਉੱਤੇ ਬਹੁਤ ਅਸਰ ਪੈਂਦਾ ਹੈ। ਐਂਡ ਨਾਓ ਵਿਲ ਟਾਕ ਅਬਾਊਟ ਚਿਲਡਰਨ ਇਨ ਦੀ ਏਜ ਗਰੁੱਪ ਆਫ 13 to 18 years. ਵੈਲ ਵੀ ਆਲ ਨੋ ਦਿਸ ਇਜ਼ ਅ ਟੀਨ ਪੀਰੀਅਡ। ਇਸ ਏਜ ਗਰੁੱਪ ਦੇ ਵਿੱਚ ਬੱਚੇ ਨਾ ਤਾਂ ਬੱਚੇ ਹੁੰਦੇ ਨੇ ਤੇ ਨਾ ਹੀ ਪੂਰੀ ਤਰ੍ਹਾਂ ਮੈਚੁਰ ਹੋਏ ਹੁੰਦੇ ਨੇ। ਪੇਰੈਂਟਸ ਵੀ ਕਦੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਵੱਡੇ ਹੋ ਗਏ ਤੇ ਕਦੇ ਉਹਨਾਂ ਨੂੰ ਬਿਲਕੁਲ ਬੱਚਿਆਂ ਵਾਂਗੂ ਟਰੀਟ ਕਰਦੇ ਨੇ। ਵੈਲ ਦਿਸ ਇਜ਼ ਅ ਵੈਰੀ ਟ੍ਰਿਕੀ ਟਾਈਮ ਪੀਰੀਅਡ ਫॉर ਬੋਥ ਪੇਰੈਂਟਸ ਐਂਡ ਚਿਲਡਰਨ ਐਂਡ ਇਨ ਫੈਕਟ ਕਿ ਲਾਈਫ ਦੀਆਂ ਕੁਝ ਸਭ ਤੋਂ ਬੁਰੀਆਂ ਆਦਤਾਂ ਵੀ ਬੱਚੇ ਇਸੀ ਉਮਰ ਦੇ ਵਿੱਚ ਆ ਕੇ ਅਡਾਪਟ ਕਰਨੀਆਂ ਸ਼ੁਰੂ ਕਰਦੇ ਨੇ। ਸੋ ਦਿਸ ਇਜ਼ ਅਨਦਰ ਵੈਰੀ ਕਰੂਸ਼ਲ ਸਟੇਜ ਬਿਕੋਜ਼ ਇਸ ਸਟੇਜ ਦੇ ਉੱਤੇ ਸੋਸ਼ਲ, ਮੈਂਟਲ ਐਂਡ ਫਿਜ਼ੀਕਲ ਚੇਂਜਸ ਐਂਡ ਡਿਵੈਲਪਮੈਂਟਸ ਹੀ ਨਹੀਂ ਬਲਕਿ ਬੱਚੇ ਦੀ ਕੈਰੈਕਟਰ ਡਿਵੈਲਪਮੈਂਟ ਵੀ ਸ਼ੁਰੂ ਹੁੰਦੀ ਹੈ। ਇਸ ਏਜ ਦੇ ਵਿੱਚ ਬੱਚੇ ਆਪਣੀ ਲੁੱਕਸ ਨੂੰ ਲੈ ਕੇ ਬਹੁਤ ਕੌਨਸ਼ੀਅਸ ਹੋਣ ਲੱਗ ਜਾਂਦੇ ਨੇ। ਉਹਦਾ ਇੱਕ ਵੱਡਾ ਰੀਜ਼ਨ ਹੁੰਦਾ ਹੈ ਪਿਊਬਰਟੀ। ਬॉयਜ਼ ਐਂਡ ਗਰਲਸ ਦੋਨਾਂ ਦੀ ਬਾਡੀ ਦੇ ਵਿੱਚ ਬਹੁਤ ਤਰ੍ਹਾਂ ਦੇ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਨੇ
For girls, I think it's very important for their mothers to be very friendly towards their daughters at this stage and guide them right. And similarly, for boys also, the father should assume the same responsibility. ਬੱਚੇ ਇਸ ਏਜ ਦੇ ਵਿੱਚ ਆਪਣੇ ਕਲੋਥਸ ਨੂੰ ਲੈ ਕੇ ਵੀ ਬਹੁਤ ਕੌਨਸ਼ੀਅਸ ਐਂਡ ਵਰਿਡ ਰਹਿੰਦੇ ਨੇ। ਹੁਣ ਉਹ ਆਪੋਜ਼ਿਟ ਜੈਂਡਰ ਨਾਲ ਅਟਰੈਕਟ ਹੋਣਾ ਸ਼ੁਰੂ ਹੋ ਜਾਂਦੇ ਨੇ। ਹਾਰਮੋਨਲ ਚੇਂਜਸ ਦੇ ਕਾਰਨ ਸਿਰਫ ਉਹਨਾਂ ਦੀ ਬਾਡੀ ਦੇ ਵਿੱਚ ਚੇਂਜਸ ਨਹੀਂ ਆਉਂਦੇ, ਬਲਕਿ ਉਹਨਾਂ ਦੇ ਮੂਡ ਦੇ ਵਿੱਚ ਚੇਂਜਸ ਆਉਣੇ ਵੀ ਸ਼ੁਰੂ ਹੋ ਜਾਂਦੇ ਨੇ। And they tend to become more rude and insensitive towards their parents also at times. ਹੁਣ ਬੱਚਿਆਂ ਨੂੰ ਆਪਣੀ ਇੰਡੀਪੈਂਡੈਂਸ ਜ਼ਿਆਦਾ ਪਿਆਰੀ ਲੱਗਣ ਲੱਗ ਜਾਂਦੀ ਹੈ। ਉਹ ਵੱਧ ਤੋਂ ਵੱਧ ਟਾਈਮ ਆਪਣੇ ਫਰੈਂਡਸ ਦੇ ਨਾਲ ਸਪੈਂਡ ਕਰਨਾ ਚਾਹੁੰਦੇ ਨੇ ਤੇ ਫੈਮਿਲੀ ਤੋਂ ਥੋੜਾ ਲੈਸ ਅਫੈਕਸ਼ਨੇਟ ਹੋ ਜਾਂਦੇ ਨੇ। ਵੈਲ, ਮੂਡੀਨੈਸ ਇਜ਼ ਵਨ ਥਿੰਗ, ਬਟ ਕਈ ਬੱਚੇ ਇਸ ਏਜ ਦੇ ਵਿੱਚ ਉਦਾਸ ਰਹਿਣਾ ਵੀ ਸ਼ੁਰੂ ਹੋ ਜਾਂਦੇ ਨੇ। ਦਿਸ ਇਜ਼ ਆਫ ਕੋਰਸ ਡਿਊ ਟੂ ਹਾਰਮੋਨਲ ਚੇਂਜਸ, ਬਟ ਅਕਸਰ ਕਦੇ ਬੱਚੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੈਡਨੈਸ ਦੇ ਵਿੱਚ ਮਹਿਸੂਸ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ। ਐਟ ਦ ਸੇਮ ਟਾਈਮ ਹੁਣ ਉਹਨਾਂ ਦੀ ਵਰਕ ਹੈਬਿਟਸ ਵੀ ਡਿਫਾਈਨਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਉਹ ਆਦਤਾਂ ਆਪਣੇ ਹਿਸਾਬ ਨਾਲ ਬਣਾ ਚੁੱਕੇ ਨੇ। ਹੁਣ ਉਹ ਆਪਣੇ ਫਿਊਚਰ ਸਕੂਲਸ ਐਂਡ ਕਾਲਜਸ ਨੂੰ ਲੈ ਕੇ ਵੀ ਥੋੜਾ ਕੰਸਰਨਡ ਹੋਣਾ ਸ਼ੁਰੂ ਹੋ ਜਾਂਦੇ ਨੇ। ਜਦੋਂ ਅਸੀਂ ਬੱਚਿਆਂ ਦੇ ਟੀਨ ਈਅਰਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਅਕਸਰ ਇੱਕ ਟਰਮ ਸੁਣਨ ਨੂੰ ਮਿਲਦੀ ਹੈ, ਉਹ ਹੈ ਪੀਅਰ ਪ੍ਰੈਸ਼ਰ। ਪੀਅਰ ਪ੍ਰੈਸ਼ਰ ਕੀ ਹੁੰਦਾ ਹੈ ਤੇ ਕਿਉਂ ਹੁੰਦਾ ਹੈ ਤੇ ਇਹਨੂੰ ਕੌਣ ਸਟਾਰਟ ਕਰਦਾ ਹੈ? ਆਮ ਭਾਸ਼ਾ ਦੇ ਵਿੱਚ ਕਹੀਏ ਤਾਂ ਪੀਅਰ ਪ੍ਰੈਸ਼ਰ ਹੁੰਦਾ ਹੈ ਇਸ ਏਜ ਦੇ ਵਿੱਚ ਬੱਚਿਆਂ ਦਾ ਆਪਣੇ ਨਾਲ ਦੇ ਬੱਚਿਆਂ ਦੇ ਇਨਫਲੂਐਂਸ ਦੇ ਵਿੱਚ ਆ ਕੇ ਜਾਂ ਉਹਨਾਂ ਨੂੰ ਦੇਖ ਕੇ ਕੁਝ ਆਦਤਾਂ ਅਡਾਪਟ ਕਰ ਲੈਣੀਆਂ। ਇਹ ਆਦਤਾਂ ਚੰਗੀਆਂ ਵੀ ਹੋ ਸਕਦੀਆਂ ਨੇ ਤੇ ਮਾੜੀਆਂ ਵੀ ਹੋ ਸਕਦੀਆਂ ਨੇ। ਜਿਵੇਂ ਕਿ ਪੋਜ਼ਿਟਿਵ ਪੀਅਰ ਪ੍ਰੈਸ਼ਰ ਦੇ ਵਿੱਚ ਬੱਚਾ ਦੂਜਿਆਂ ਤੋਂ ਇਨਫਲੂਐਂਸ ਹੋ ਕੇ ਜ਼ਿਆਦਾ ਪੜ੍ਹਦਾ ਹੈ, ਜ਼ਿਆਦਾ ਆਪਣੀ ਸਕਿੱਲਸ ਨੂੰ ਡਿਵੈਲਪ ਕਰਦਾ ਹੈ। ਤੇ ਨੈਗੇਟਿਵ ਪੀਅਰ ਪ੍ਰੈਸ਼ਰ ਦੇ ਵਿੱਚ ਉਹ ਗਲਤ ਆਦਤਾਂ ਨੂੰ ਅਡਾਪਟ ਕਰ ਲੈਂਦਾ ਹੈ, ਜਿਵੇਂ ਕਿ ਡਰਿੰਕਿੰਗ, ਸਮੋਕਿੰਗ, ਲਾਈਂਗ ਔਰ ਮੈਨੀਪੂਲੇਟਿੰਗ ਪੇਰੈਂਟਸ। ਬੈਡ ਪੀਅਰ ਪ੍ਰੈਸ਼ਰ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਸਕੂਲ ਦੇ ਵਿੱਚ ਨਾ ਅਕਸਰ ਕੁਝ ਬੱਚਿਆਂ ਨੂੰ ਜ਼ਿਆਦਾ ਅਟੈਂਸ਼ਨ ਮਿਲਦੀ ਹੈ, ਉਹਨਾਂ ਨੂੰ ਜ਼ਿਆਦਾ ਕੂਲ ਐਂਡ ਫਨ ਲਵਿੰਗ ਸਮਝਿਆ ਜਾਂਦਾ ਹੈ। ਉਹਨਾਂ ਦਾ ਔਰਾ ਬਾਕੀ ਸਾਰਿਆਂ ਨਾਲੋਂ ਵੱਖਰਾ ਜਿਹਾ ਹੁੰਦਾ ਹੈ। ਦੇ ਟਰਾਈ ਟੂ exert control and have other people believe in their version of reality. ਇਹੋ ਜਿਹੇ ਬੱਚੇ ਥੋੜਾ ਕੰਟਰੋਲਿੰਗ ਨੇਚਰ ਦੇ ਹੁੰਦੇ ਨੇ ਤੇ ਇਹ ਦੂਜਿਆਂ ਨੂੰ ਉਹੀ ਆਦਤਾਂ ਤੇ ਉਹੀ ਲਾਈਫ ਸਟਾਈਲ ਦੇ ਵਿੱਚ ਰਹਿਣ ਲਈ ਪੁਸ਼ ਕਰਦੇ ਨੇ ਜੋ ਇਹਨਾਂ ਨੂੰ ਸਹੀ ਲੱਗਦਾ ਹੈ। ਤੇ ਦੂਸਰੇ ਬੱਚੇ ਪੀਅਰ ਪ੍ਰੈਸ਼ਰ ਦੇ ਵਿੱਚ ਕਿਉਂ ਆ ਜਾਂਦੇ ਨੇ? ਵੈਲ, ਸਿੰਪਲੀ ਬਿਕੋਜ਼ ਆਫ ਦ ਲੈਕ ਆਫ देयर ਓਨ ਸੈਲਫ ਵਰਥ ਐਂਡ ਸੈਲਫ ਐਸਟੀਮ। ਦੂਸਰੇ ਬੱਚੇ ਵੀ ਕਿਤੇ ਨਾ ਕਿਤੇ ਚਾਹਵਾਨ ਹੁੰਦੇ ਨੇ ਕਿ ਵੀ ਉਹਨਾਂ ਨੂੰ ਵੀ ਸੇਮ ਅਟੈਂਸ਼ਨ ਮਿਲੇ। ਸਾਰੇ ਪੇਰੈਂਟਸ ਚਾਹੁੰਦੇ ਨੇ ਕਿ ਸਾਡਾ ਬੱਚਾ ਬੈਡ ਪੀਅਰ ਪ੍ਰੈਸ਼ਰ ਤੋਂ ਬਚ ਕੇ ਰਹੇ। ਪਰ ਬੈਡ ਪੀਅਰ ਪ੍ਰੈਸ਼ਰ ਸ਼ੁਰੂ ਹੀ ਕਿਉਂ ਹੁੰਦਾ ਹੈ? ਵੈਲ, ਦਿਸ ਗੋਜ਼ ਵੈਰੀ ਡੀਪ। ਇਹਦਾ ਰੀਜ਼ਨ ਲੁਕਿਆ ਹੋਇਆ ਹੈ ਸਾਡੀ ਫਾਲਸ ਸੋਸਾਈਟਲ ਐਕਸਪੈਕਟੇਸ਼ਨਸ ਦੇ ਵਿੱਚ, ਜਿਹਨੂੰ ਅਸੀਂ ਅਕਸਰ ਆਪ ਹੀ ਚੈਲੰਜ ਨਹੀਂ ਕਰ ਪਾਉਂਦੇ। ਆਪਣੀ ਸੈਲਫ ਵਰਥ ਦੀ ਪੂਰੀ ਸਮਝ ਨਾ ਹੋਣਾ ਇਹਦਾ ਬਹੁਤ ਵੱਡਾ ਕਾਰਨ ਹੈ। ਤਾਂ ਫਿਰ ਇਸ ਸਭ ਦੇ ਦੌਰਾਨ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਹੈ? ਵੈਲ, ਟਰਸਟ ਮੀ, ਟੀਨੇਜ ਪੀਰੀਅਡ ਕੈਨ ਡਰਾਈਵ ਪੇਰੈਂਟਸ ਕ੍ਰੇਜ਼ੀ, ਬਟ ਹੀਅਰ ਆਰ ਸਮ ਟਿਪਸ ਦੈਟ ਵੀ ਹੈਵ ਫਰਮ ਆਰ ਸਪੈਸ਼ਲਿਸਟਸ। ਸਭ ਤੋਂ ਪਹਿਲਾਂ ਇਸ ਏਜ ਦੀ ਜੋ ਸਭ ਤੋਂ ਵੱਡੀ ਰਿਕੁਆਇਰਮੈਂਟ ਹੈ, ਉਹ ਵੀ ਸਪੈਸ਼ਲੀ ਅੱਜ ਦੇ ਟਾਈਮ ਦੇ ਵਿੱਚ, ਉਹ ਇਹ ਹੈ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਬਹੁਤ ਓਨੈਸਟ ਤੇ ਬਹੁਤ ਡਾਇਰੈਕਟ ਰਹਿਣਾ ਚਾਹੀਦਾ ਹੈ। ਇਸ ਤੋਂ ਚੰਗਾ ਹੈ ਕਿ ਤੁਸੀਂ ਉਹਨਾਂ ਨਾਲ ਓਪਨਲੀ ਗੱਲ ਕਰੋ ਤੇ ਉਹਨਾਂ ਨੂੰ ਸਹੀ ਗਾਈਡ ਕਰੋ ਆਪਦੀ ਫੈਮਿਲੀ ਵੈਲਿਊਜ਼ ਦੇ ਅਕੋਰਡਿੰਗ। ਤੁਸੀਂ ਆਪਣੇ ਫੈਮਿਲੀ ਮੋਰਲਸ, ਫੈਮਿਲੀ ਵੈਲਿਊਜ਼ ਐਂਡ ਫੈਮਿਲੀ ਐਕਸਪੈਕਟੇਸ਼ਨਸ ਬਾਰੇ ਬੱਚੇ ਨੂੰ ਗਾਈਡ ਜ਼ਰੂਰ ਕਰਦੇ ਰਹੋ ਤੇ ਉਹਦੇ ਲਈ ਪੋਜ਼ਿਟਿਵ ਗੋਲ ਸੈੱਟ ਕਰੋ, ਜਿਵੇਂ ਕਿ ਗੈਟਿੰਗ ਗੁੱਡ ਗ੍ਰੇਡਸ, ਬੀਇੰਗ ਗੁੱਡ ਇਨ ਸਪੋਰਟਸ, ਰਿਸਪੈਕਟਿੰਗ ਐਲਡਰਸ, ਰਿਸਪੈਕਟਿੰਗ ਦੀ ਆਪੋਜ਼ਿਟ ਜੈਂਡਰ। ਬਟ ਐਟ ਦ ਸੇਮ ਟਾਈਮ ਆਪਣੇ ਬੱਚੇ ਦੇ ਓਪੀਨੀਅਨ ਨੂੰ ਵੀ, ਉਹਦੇ ਥਾਟਸ ਦੀ ਵੀ ਰਿਸਪੈਕਟ ਕਰੋ, ਉਹਦੇ ਇੰਟਰਸਟਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ, ਉਹਦੇ ਵਿਜ਼ਨ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਕਿ ਉਹਦਾ ਵਿਜ਼ਨ ਤੁਹਾਡੇ ਵਿਜ਼ਨ ਤੋਂ ਵੀ ਵੱਡਾ ਹੋਵੇ ਤੇ ਸਹੀ ਹੋਵੇ, ਤਾਂ ਐਜ਼ ਅ ਪੇਰੈਂਟ ਇਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਉਹਦਾ ਸਾਥ ਦਿਓ। ਜੇ ਤੁਸੀਂ ਆਪਣੇ ਬੱਚੇ ਦੇ ਗੋਲਸ ਨੂੰ, ਉਹਦੇ ਡ੍ਰੀਮਸ ਨੂੰ ਜਾਂ ਉਹਦੀਆਂ ਗੱਲਾਂ ਨੂੰ ਬੇਕਾਰ ਸਮਝ ਕੇ ਉਹਨੂੰ ਨਾ ਸਮਝ ਫੀਲ ਕਰਵਾਓਗੇ ਤਾਂ ਤੁਹਾਡਾ ਬੱਚਾ ਕਦੇ ਵੀ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰ ਪਾਊਗਾ। ਤੇ ਅੱਜ ਕੱਲ੍ਹ ਦਾ ਜੋ ਜ਼ਮਾਨਾ ਹੈ ਉਹ ਹਾਰਡ ਵਰਕ ਦੇ ਨਾਲ ਸਮਾਰਟ ਵਰਕ ਦਾ ਹੈ ਤੇ ਅੱਜ ਕੱਲ੍ਹ ਦੇ ਬੱਚੇ ਇਸ ਗੱਲ ਨੂੰ ਜ਼ਿਆਦਾ ਬਿਹਤਰ ਸਮਝਦੇ ਨੇ। ਸੋ ਇਟਸ ਵੈਰੀ ਇੰਪੋਰਟੈਂਟ ਫॉर योर ਚਾਈਲਡ ਟੂ ਨੋ ਦੈਟ ਯੂ ਆਰ ਲਿਸਨਿੰਗ ਟੂ them ਐਂਡ ਦੈਟ देयर ਓਪੀਨੀਅਨ ਇਜ਼ ਬੀਇੰਗ ਵੈਲਿਊਡ। ਤੁਹਾਡਾ ਬੱਚਾ ਆਪਣੇ ਆਤਮ ਵਿਸ਼ਵਾਸ ਨੂੰ, ਆਪਣੀ ਸੈਲਫ ਵਰਥ ਨੂੰ ਪਹਿਚਾਨ ਸਕੇ, ਇਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਉਹਨੂੰ ਹਮੇਸ਼ਾ ਮੋਟੀਵੇਟਡ ਰੱਖੋ, ਉਹਦੀ ਛੋਟੀ ਅਚੀਵਮੈਂਟਸ ਤੇ ਉਹਨੂੰ ਐਪਰੀਸ਼ੀਏਟ ਕਰੋ and allow him or her to get into his own decision making and judgments and be there as a guide. Also, you have to plan ahead for uncomfortable situations.
ਤੁਸੀਂ ਪ੍ਰਿਪੇਅਰ ਕਰਕੇ ਚੱਲੋ ਆਪਣੇ ਬੱਚੇ ਨੂੰ ਕਿ ਕੱਲ੍ਹ ਨੂੰ ਜੇ ਬਾਈ ਚਾਂਸ ਉਹ ਕਿਸੇ ਇਹੋ ਜਿਹੇ ਗਰੁੱਪ ਦੇ ਵਿੱਚ ਮੌਜੂਦ ਹੈ ਜਿੱਥੇ ਡਰਿੰਕਿੰਗ ਸਮੋਕਿੰਗ ਨੂੰ ਐਨਕਰੇਜ ਕੀਤਾ ਜਾ ਰਿਹਾ ਹੈ ਤਾਂ ਉਹਨੂੰ ਇਸ ਸਿਚੁਏਸ਼ਨ ਦੇ ਨਾਲ ਕਿਵੇਂ ਡੀਲ ਕਰਨਾ ਹੈ। ਅਸੀਂ ਗੱਲ ਕੀਤੀ ਸੀ ਇਸ ਏਜ ਦੇ ਵਿੱਚ ਬੱਚਿਆਂ ਦੇ ਸੈਡ ਜਾਂ ਡਿਪਰੈਸਡ ਰਹਿਣ ਦੇ ਬਾਰੇ। ਜੇ ਤੁਹਾਨੂੰ ਆਪਣੇ ਬੱਚੇ ਦੇ ਵਿੱਚ ਇਹੋ ਜਿਹਾ ਕੋਈ ਬਿਹੇਵੀਅਰ ਡਿਵੈਲਪ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਉਹਨੂੰ ਇਗਨੋਰ ਨਾ ਕਰੋ ਤੇ ਬਿਲਕੁਲ ਵੀ ਗੁੱਸਾ ਨਾ ਕਰੋ ਜਾਂ ਪ੍ਰੈਸ਼ਰ ਨਾ ਪਾਓ, ਬਲਕਿ ਆਪਣੇ ਬੱਚੇ ਦੇ ਨਾਲ ਗੱਲ ਕਰੋ ਐਂਡ ਹੈਲਪ ਹਿਮ get out of the anxieties and the negative thoughts that he or she is carrying in their mind. This is a 100% must. ਤੁਹਾਨੂੰ ਉਹਨੂੰ ਟਾਈਮ ਟੂ ਟਾਈਮ ਪੋਜ਼ਿਟਿਵਲੀ ਮੋਟੀਵੇਟ ਕਰਦੇ ਰਹਿਣਾ ਪਊਗਾ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਲਾਇਸੈਂਸ ਜ਼ਰੂਰ 18 ਸਾਲ ਤੋਂ ਬਾਅਦ ਬਣਦਾ ਹੈ, ਬਟ ਬੱਚੇ ਉਸ ਤੋਂ ਪਹਿਲਾਂ ਹੀ 4 ਵੀਲਰ ਜਾਂ 2 ਵੀਲਰ ਚਲਾ ਰਹੇ ਹੁੰਦੇ ਨੇ। ਆਈ ਥਿੰਕ ਪੇਰੈਂਟਸ ਨੂੰ ਇਸ ਚੀਜ਼ ਦੇ ਵਿੱਚ ਆਪਣੇ ਬੱਚਿਆਂ ਦੀ ਬਿਲਕੁਲ ਵੀ ਸਪੋਰਟ ਨਹੀਂ ਕਰਨੀ ਚਾਹੀਦੀ ਜਸਟ ਬਿਕੋਜ਼ all his or her friends are driving a car or driving a bike. That doesn't mean that your child has to. Road safety is not to be messed with. In fact ਕਿ ਕਈ ਕੇਸਿਸ ਦੇ ਵਿੱਚ ਤਾਂ ਪੇਰੈਂਟਸ ਆਪਣੇ ਬੱਚੇ ਦੀ ਸਪੋਰਟ ਵੀ ਕਰ ਰਹੇ ਹੁੰਦੇ ਨੇ ਜਦੋਂ ਉਹ ਟ੍ਰੈਫਿਕ ਰੂਲਸ ਨੂੰ ਤੋੜਦੇ ਨੇ। ਵੈਲ ਦਿਸ ਇਜ਼ ਅ ਹੰਬਲ ਰਿਕੁਐਸਟ ਕਿ ਆਪਣੇ ਬੱਚੇ ਨੂੰ ਟ੍ਰੈਫਿਕ ਰੂਲਸ ਦੇ ਰਿਲੇਟਡ ਬਹੁਤ ਜ਼ਿਆਦਾ ਅਵੇਅਰ ਰੱਖੋ ਤੇ ਉਹਦੀ ਪਾਲਣਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕਟ ਰਹੋ ਬਿਕੋਜ਼ ਯੂ ਕੈਨੋਟ ਵੇਟ ਫॉर ਅ ਮਿਸ ਹੈਪਨਿੰਗ ਟੂ ਹੈਪਨ ਟੂ ਯਰ ਚਾਈਲਡ। ਦੂਜਾ, ਐਕਸਰਸਾਈਜ਼ ਐਂਡ ਹੈਲਦੀ ਈਟਿੰਗ ਹੈਬਿਟਸ ਆਰ ਆਲਸੋ ਨਾਟ ਟੂ ਬੀ ਮੈਸਡ ਵਿਦ। ਮੋਸਟਲੀ ਬੱਚਿਆਂ ਦੇ ਵਿੱਚ ਓਬੀਸਿਟੀ ਇਸੀ ਏਜ ਦੇ ਦੌਰਾਨ ਸ਼ੁਰੂ ਹੁੰਦੀ ਹੈ। ਅਫਕੋਰਸ ਫਾਸਟ ਫੂਡ ਇਜ਼ ਅਟਰੈਕਟਿਵ, ਇਜ਼ ਡਿਲੀਸ਼ੀਅਸ, ਇਟਸ ਟੇਸਟੀ, ਬਟ ਲੇਕਿਨ ਤੁਹਾਡੇ ਬੱਚੇ ਇਹ ਸੂਨਰ ਔਰ ਲੇਟਰ ਰਿਅਲਾਈਜ਼ ਤਾਂ ਜ਼ਰੂਰ ਕਰਨਗੇ ਕਿ ਉਹਨਾਂ ਨੂੰ ਡੇਲੀ ਐਕਸਰਸਾਈਜ਼ ਐਂਡ ਹੈਲਦੀ ਈਟਿੰਗ ਹੈਬਿਟਸ ਅਡੋਪਟ ਕਰਨੀਆਂ ਚਾਹੀਦੀਆਂ ਨੇ। ਪਰ ਜੇ ਇਹ ਆਦਤਾਂ ਸਹੀ ਏਜ ਦੇ ਵਿੱਚ ਪੈ ਜਾਣ ਤਾਂ ਇਹਨਾਂ ਵਰਗੀ ਕੋਈ ਰੀਸ ਨਹੀਂ, ਤੇ ਜੇ ਨਾ ਪੈਣ ਤਾਂ ਕਦੇ ਕਦੇ ਸਾਰੀ ਉਮਰ ਵੀ ਨਹੀਂ ਪੈਂਦੀਆਂ। ਅਕਸਰ ਬੱਚਿਆਂ ਨੂੰ ਇਸ ਏਜ ਦੇ ਵਿੱਚ ਕਿਹਾ ਜਾਂਦਾ ਹੁੰਦਾ ਹੈ ਕਿ ਪੜ੍ਹ ਲਓ, ਕੁਛ ਬਣ ਜਾਓ, ਇਹੀ ਟਾਈਮ ਹੈ, ਇਹ ਟਾਈਮ ਵਾਪਸ ਨਹੀਂ ਆਉਣਾ। ਇਹ ਬਿਲਕੁਲ ਸੱਚ ਹੈ, ਪਰ ਇਹਦੇ ਨਾਲ ਨਾਲ ਇੱਕ ਬਹੁਤ ਵੱਡਾ ਸੱਚ ਇਹ ਵੀ ਹੈ ਕਿ ਜ਼ਿੰਦਗੀ ਨੂੰ ਮਾਣਨ ਦਾ, ਆਪਦੀ ਲਾਈਫ ਨੂੰ ਸਟ੍ਰੈਸ ਫਰੀ ਇੰਜੋਏ ਕਰਨ ਦਾ, ਆਪਣੇ ਦੋਸਤਾਂ ਦੇ ਨਾਲ ਸਮਾਂ ਬਿਤਾਉਣ ਦਾ ਟਾਈਮ ਵੀ ਇਹੀ ਹੈ, ਇਹ ਵੀ ਕਦੇ ਵਾਪਸ ਨਹੀਂ ਆਉਣਾ। ਆਪਣੇ ਬੱਚਿਆਂ ਤੋਂ ਇਸ ਸੱਚਾਈ ਨੂੰ ਵੀ ਲੁਕੋ ਕੇ ਨਾ ਰੱਖੋ। ਹੀਅਰ ਬੈਲੈਂਸ ਇਜ਼ ਦ ਕੀ। ਜ਼ਿੰਦਗੀ ਦੇ ਇਹ 18 ਸਾਲ ਬੱਚਿਆਂ ਨਾਲੋਂ ਜ਼ਿਆਦਾ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਹੁੰਦੇ ਨੇ। ਮੇਕ ਸ਼ੋਰ ਤੁਹਾਡਾ ਬੱਚਾ ਸਹੀ ਟਰੈਕ ਤੇ ਰਹੇ ਪਰ ਨਾਲ ਨਾਲ ਆਪਣੀ ਲਾਈਫ ਨੂੰ ਇੰਜੋਏ ਵੀ ਕਰਦਾ ਰਹੇ। When enjoyment is in balance with your principles and values, it never harms anybody. While all of this is said and done, parenting doesn't end here. It goes on for life, especially in our culture. ਇਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਚਾਹੇ ਤੁਸੀਂ ਵੱਡੇ ਹੋ ਕੇ ਜਿੰਨੇ ਮਰਜ਼ੀ ਸਕਸੈਸਫੁਲ ਬਣ ਜਾਓ, ਸਮਾਰਟ ਬਣ ਜਾਓ, ਇੰਡੀਪੈਂਡੈਂਟ ਬਣ ਜਾਓ, ਆਪਣੀ ਲਾਈਫ ਚੋਇਸਿਸ ਆਪਣੇ ਹਿਸਾਬ ਨਾਲ ਰੱਖੋ, ਪਰ ਕਦੇ ਵੀ ਆਪਣੇ ਮਾਂ-ਪਿਓ ਤੋਂ ਵੱਡਾ ਬਣਨ ਦੀ ਕੋਸ਼ਿਸ਼ ਨਾ ਕਰਿਓ। ਤੁਸੀਂ ਉਹਨਾਂ ਵੱਲੋਂ ਆਪਣੇ ਹੱਥੀਂ ਖਵਾਈਆਂ ਬੁਰਕੀਆਂ ਦਾ ਕਰਜ਼ਾ ਸਾਰੀ ਉਮਰ ਨਹੀਂ ਲਾ ਸਕਦੇ। ਤੁਸੀਂ ਚਾਹੇ ਆਪਣੇ ਕਰੀਅਰ ਦੇ ਵਿੱਚ ਜਿੰਨੇ ਮਰਜ਼ੀ ਸਕਸੈਸਫੁਲ ਬਣ ਜਾਓ, ਪਰ ਤੁਸੀਂ ਉਹਨਾਂ ਵੱਲੋਂ ਦਵਾਈ ਪੈਨਸਿਲ ਦਾ ਕਰਜ਼ਾ ਵੀ ਸਾਰੀ ਉਮਰ ਨਹੀਂ ਲਾ ਸਕਦੇ। ਬਹੁਤ ਵਾਰੀ ਪੇਰੈਂਟਸ ਵੀ ਗਲਤੀ ਕਰ ਜਾਂਦੇ ਨੇ, ਇਨਫੈਕਟ ਬਹੁਤ ਚੀਜ਼ਾਂ ਵਿੱਚ ਕਰ ਜਾਂਦੇ ਨੇ, ਪਰ ਕਦੇ ਵੀ ਇਸ ਲਈ ਨਹੀਂ ਕਿ ਉਹ ਤੁਹਾਡਾ ਮਾੜਾ ਚਾਹ ਰਹੇ ਹੁੰਦੇ ਨੇ, ਬਲਕਿ ਇਸ ਲਈ ਕਿਉਂਕਿ ਉਹਨਾਂ ਦੀ ਅੰਡਰਸਟੈਂਡਿੰਗ ਆਪਦੀ ਜਨਰੇਸ਼ਨ ਦੇ ਅਕੋਰਡਿੰਗ ਲਿਮਿਟਿਡ ਹੁੰਦੀ ਹੈ। ਉਹਨਾਂ ਨੂੰ ਜਿੰਨਾ ਕੁ ਪਤਾ ਹੁੰਦਾ ਹੈ ਉਸ ਹਿਸਾਬ ਨਾਲ ਉਹਨਾਂ ਨੇ ਸਹੀ ਕੀਤਾ ਹੁੰਦਾ ਹੈ, ਪਰ ਜਾਣੇ ਅਣਜਾਣੇ ਦੇ ਵਿੱਚ ਵੀ ਜੇ ਉਹਨਾਂ ਤੋਂ ਕੁਝ ਗਲਤ ਹੋ ਗਿਆ ਹੋਵੇ ਤਾਂ ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਮਾਫ ਕਰ ਦਿਓ, ਕਿਉਂਕਿ ਉਹ ਵੀ ਇਨਸਾਨ ਹੀ ਨੇ। We hope that our episode today helps out to establish a better understanding and bond between parents and children of today's age. Thank you.